ਕਹਿਓ ਰਹੋ ਤੁਮ ਮਾੜੇ, ਪਦ ਜੋਰਾ ਬਰ ਲਿਓ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਜੀਵਨ ਦਾ ਇਤਿਹਾਸ ਆਪਾਂ ਸਰਵਨ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਬੈਠੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਇਸ ਵੇਲੇ ਮਾਛੀਵਾੜੇ ਦੇ ਵਿੱਚ ਬਿਰਾਜਮਾਨ ਨੇ। ਭਾਈ ਗੁਲਾਬਾ, ਭਾਈ ਪੰਜਾਬਾ ਜੋ ਮਹਾਰਾਜ ਜੀਆਂ ਦੇ ਮਸੰਦ ਸਨ, ਇਹਨਾਂ ਦੇ ਚੁਬਾਰੇ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਸ ਵੇਲੇ ਉਤਾਰਾ ਕੀਤਾ ਹੈ। ਭਾਈ ਗੁਲਾਬਾ ਜੀ ਮਨ ਵਿੱਚ ਬਹੁਤ ਜ਼ਿਆਦਾ ਡਰ ਗਏ। ਜੇ ਸਮੇਂ ਦੀ ਸਰਕਾਰ ਨੂੰ ਪਤਾ ਲੱਗ ਗਿਆ ਮੇਰਾ ਬਾਲ ਬੱਚਾ ਮਾਰਿਆ ਜਾਵੇਗਾ, ਐਸਾ ਡਰ ਮਨ ਵਿੱਚ ਰੱਖ ਕੇ ਸਤਿਗੁਰਾਂ ਨੂੰ ਵਧਾਈਗੀ ਦੇਣ ਵਾਸਤੇ 5 ਰੁਪਈਏ ਥਾਲ ਵਿੱਚ ਰੱਖ ਕੇ ਮਹਾਰਾਜ ਜੀ ਨੂੰ ਅੰਮ੍ਰਿਤ ਵੇਲੇ ਤੜਕੇ 2:30-3 ਦੇ ਸਮੇਂ ਦੇ ਵਿੱਚ ਆ ਕੇ ਮੱਥਾ ਟੇਕਿਆ। ਸਤਿਗੁਰਾਂ ਨੇ ਵਧਾਈਗੀ ਵੇਖ ਕੇ ਆਖਿਆ, ਕਹਿਣ ਲੱਗੇ ਭਾਈ ਗੁਲਾਬਿਆ ਕੀ ਹੋਇਆ ਹੈ? ਕਹਿਣ ਲੱਗਾ ਮਹਾਰਾਜ ਜੀ ਜੇ ਸਰਕਾਰ ਨੂੰ ਪਤਾ ਲੱਗ ਗਿਆ ਮੇਰਾ ਪਰਿਵਾਰ ਨਹੀਂ ਬਚੇਗਾ, ਇਸ ਕਰਕੇ ਆਪ ਜੀ ਚਲੇ ਜਾਓ। ਗਰੀਬ ਨਵਾਜ ਸਤਿਗੁਰਾਂ ਨੇ ਬਚਨ ਸੁਣ ਕੇ ਆਖਿਆ, ਕਹਿਣ ਲੱਗੇ ਜੋ ਗੁਰੂ ਹੈ ਉਹ ਡਾਢਾ ਹੈ ਤੇ ਗੁਰੂ ਦਾ ਸਿੱਖ ਵੀ ਡਾਢਾ ਹੈ। ਗੁਰੂ ਵੀ ਸਮਰੱਥ ਹੈ, ਸਿੱਖ ਵੀ ਸਮਰੱਥ ਹੈ। ਇਸ ਨੇ ਆਖਿਆ ਨਹੀਂ ਮਹਾਰਾਜ ਆਪ ਸਮਰੱਥ ਹੋ, ਮੈਂ ਤੇ ਮਾੜਾ ਹਾਂ। ਦੂਜੀ ਵਾਰੀ ਮਹਾਰਾਜ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ ਫਿਕਰ ਨਾ ਕਰ, ਤੇਰਾ ਵਾਲ ਨਹੀਂ ਵਿੰਗਾ ਹੋਣ ਦੇਵਾਂਗੇ, ਤੱਤੀ ਵਾਹ ਨਹੀਂ ਲੱਗੇਗੀ। ਫਿਰ ਬਚਨ ਕਰਦਾ ਨਹੀਂ ਮਹਾਰਾਜ ਮੈਂ ਮਾੜਾ ਹਾਂ। ਤੀਜੀ ਵਾਰ ਮਹਾਰਾਜ ਸਾਹਿਬ ਜੀਆਂ ਨੇ ਫਿਰ ਆਖਿਆ, ਕਹਿਣ ਲੱਗੇ ਅਸੀਂ ਤੇਰੇ ਅੰਗ ਸੰਗ ਹੋ ਕੇ ਸਹਾਈ ਹੋਵਾਂਗੇ ਅਤੇ ਤੈਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਆਵੇਗਾ। ਭਾਈ ਗੁਲਾਬਿਆ ਤਗੜਾ ਹੋ। ਜਦੋਂ ਤੀਜੀ ਵਾਰੀ ਆਖਿਆ ਤੇ ਭਾਈ ਗੁਲਾਬਾ ਫਿਰ ਬਚਨ ਮੋੜ ਗਿਆ, ਕਹਿਣ ਲੱਗਾ ਨਹੀਂ ਮਹਾਰਾਜ ਮੈਂ ਮਾੜਾ ਹਾਂ। ਇਤਿਹਾਸ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਨ ਕਰ ਚੁੱਕੇ ਹਾਂ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਹੋ ਇਤਿਹਾਸ ਆਪਾਂ ਅੱਜ ਸਰਵਨ ਕਰਾਂਗੇ। ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਰ ਗੁਲਾਬੇ ਡਰ ਧਰ ਭਾਖਿਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਗੁਲਾਬਾ ਜੀ ਡਰ ਕਾਹਦਾ ਹੈ? ਪਰਮੇਸ਼ਰ ਦੇ ਹੱਥ ਵਿੱਚ ਸਭ ਕੁਝ ਹੈ। ਅਸੀਂ ਤੇਰੇ ਨਾਲ ਬਚਨ ਕਰਦੇ ਹਾਂ ਕਿ ਤੇਰਾ ਵਾਲ ਨਹੀਂ ਵਿੰਗਾ ਹੋਵੇਗਾ, ਤੇਰੀ ਅਸੀਂ ਸਹਾਇਤਾ ਕਰਾਂਗੇ। ਜਦੋਂ ਇਹ ਬਚਨ ਆਖਿਆ ਨਾ ਤੀਜੀ ਵਾਰ ਤੇ ਭਾਈ ਗੁਲਾਬਾ ਜੀ ਫਿਰ ਡਰ ਕੇ ਕਹਿਣ ਲੱਗੇ ਨਹੀਂ ਮਹਾਰਾਜ ਮੈਂ ਤੇ ਮਾੜਾ ਹਾਂ, ਮੈਂ ਕਮਜ਼ੋਰ ਹਾਂ। ਸਰਕਾਰ ਨਾਲ ਤੁਹਾਡਾ ਮੱਥਾ ਲੱਗਾ ਹੋਇਆ, ਤੁਸੀਂ ਸਰਕਾਰ ਦੀ ਬਰਾਬਰੀ ਕਰ ਸਕਦੇ ਹੋ, ਪਰ ਮਹਾਰਾਜ ਮੈਂ ਕਿਵੇਂ ਕਰ ਸਕਦਾ? ਮਹਾਰਾਜ ਮੈਂ ਮਾੜਾ ਹਾਂ। ਇਹ ਦੁਬਾਰਾ ਆਖਦਾ ਹੈ ਮੈਂ ਮਾੜੋ ਨਹਿ ਬਚਬੋ ਹੋਏ। ਪਾਤਸ਼ਾਹ ਮੈਂ ਬੜਾ ਮਾੜਾ ਹਾਂ, ਮੇਰਾ ਕਿਵੇਂ ਬਚਾਅ ਹੋਵੇਗਾ? ਮੈਂ ਨਹੀਂ ਬਚਾਂਗਾ। ਕਾਜੀ ਨੂੰ ਵੀ ਪਤਾ ਲੱਗ ਗਿਆ। ਸੈਯਦ ਆਇਆ ਨਾ ਗੁਆਂਢੀ ਚੱਲ ਕੇ, ਹੁਣ ਤੇ ਮੋਹਰਾਂ ਦੇ ਲਾਲਚ ਨੂੰ ਚੁੱਪ ਕਰਕੇ ਚਲਾ ਗਿਆ। ਪੰਡਤ ਨੂੰ ਵੀ ਪਤਾ ਲੱਗ ਗਿਆ, ਉਹ ਵੀ ਗੁਆਂਢੀ ਹੈ। ਗਨੀ ਖਾਨ, ਨਬੀ ਖਾਨ, ਪਠਾਨ ਨੇ, ਇਹਨਾਂ ਨੂੰ ਵੀ ਪਤਾ ਹੈ। ਇਹ ਭਾਈ ਗੁਲਾਬਾ ਕਹਿ ਰਿਹਾ ਮਹਾਰਾਜ ਇਹ ਗੱਲ ਬਾਹਰ ਨਿਕਲਦੀ ਜਾਂਦੀ ਹੈ, ਅੱਜ ਨਹੀਂ ਤੇ ਕੱਲ ਇਹ ਸਾਰੇ ਸ਼ਹਿਰ ਵਿੱਚ ਗੱਲ ਫਿਰ ਜਾਏ ਤੇ ਜੇ ਪਤਾ ਲੱਗ ਗਿਆ ਵੀ ਮੈਂ ਤੁਹਾਨੂੰ ਪਨਾਹ ਦਿੱਤੀ ਹੈ, ਮੇਰਾ ਬਚਾਅ ਨਹੀਂ ਹੋਣਾ, ਮੈਂ ਮਾੜਾ ਹਾਂ, ਮੈਂ ਮਾਰਿਆ ਜਾਵਾਂਗਾ। ਸੁਨ ਪ੍ਰਭ ਕਹਿਓ ਰਹੋ ਤੁਮ ਮਾੜੇ। ਗੁਰਮੁਖੋ ਮਹਾਂਪੁਰਖਾਂ ਦਾ ਬਚਨ ਮੋੜਨਾ ਨਹੀਂ ਚਾਹੀਦਾ ਹੈ, ਕਮਾਉਣਾ ਚਾਹੀਦਾ ਹੈ ਜੇ ਬਚਨ ਕਰਵਾ ਲਿਆ ਹੈ। ਪਰ ਇਸਨੇ ਪਹਿਲੀ ਵਾਰੀ ਵੀ ਬਚਨ ਮੋੜਿਆ, ਦੂਜੀ ਵਾਰੀ ਬਚਨ ਮੋੜਿਆ, ਜਦੋਂ ਤੀਜੀ ਵਾਰੀ ਬਚਨ ਫਿਰ ਮੋੜ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੁਭਾਵਿਕ ਹੀ ਬਚਨ ਆਖਿਆ। ਕਹਿਣ ਲੱਗੇ ਚੱਲ ਫਿਰ ਗੁਲਾਬਿਆ ਤੂੰ ਮਾੜਾ ਹੀ ਰਹੋ, ਅਸੀਂ ਤੇ ਚਾਹੁੰਦੇ ਸੀ ਤੈਨੂੰ ਤਗੜਾ ਕਰਨਾ, ਤੈਨੂੰ ਸਮਰੱਥ ਬਣਾਉਣਾ, ਤੈਨੂੰ ਦਾਤਾਂ ਦੇਣੀਆਂ ਚਾਹੁੰਦੇ, ਪਰ ਭਲਿਆ ਤੂੰ ਲੈ ਨਹੀਂ ਸਕਿਆ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਗੁਰੂ ਤੇ ਭਲਾ ਕਰਦਾ ਹੈ ਪਰ ਅਸੀਂ ਉਸ ਭਲੇ ਨੂੰ ਭਲਾ ਸਮਝਦੇ ਨੇ।
ਸਤਿਗੁਰੂ ਪਾਤਸ਼ਾਹ ਕਹਿੰਦੇ ਵਾਰ-ਵਾਰ ਬਚਨ ਮੇਟਿਆ, ਚੱਲ ਫਿਰ ਤੂੰ ਜੇ ਮਾੜਾ ਹੀ ਕਹਿੰਦਾ ਨਾ, ਚੱਲ ਤੂੰ ਮਾੜਾ ਹੀ ਰਹੋ, ਤੂੰ ਫਿਰ ਮਾੜਾ ਹੀ ਰਵੇਂਗਾ, ਇਹ ਬਚਨ ਆਖਿਆ ਹੈ। ਪਦ ਜ਼ੋਰਾਬਰ ਲਿਓ ਨ ਕੋਏ। ਸਤਿਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਤਗੜੀ ਪਦਵੀ ਅਸੀਂ ਦੇਣੀ ਚਾਹੁੰਦੇ ਸੀ, ਤਗੜਾ ਜਿਹੜਾ ਪਦ ਹੈ, ਪਦਵੀ ਜਿਹੜੀ ਆ ਦੇਣੀ ਚਾਹੁੰਦੇ, ਪਰ ਤੂੰ ਲੈ ਨਹੀਂ ਸਕਿਆ। ਕਰਮਾਂ ਤੋਂ ਬਿਨਾਂ ਵੀ ਦਾਤ ਨਹੀਂ ਨਾ ਮਿਲਦੀ, ਕਈ ਵਾਰੀ ਤਰੁੱਠ ਕੇ ਬਖਸ਼ਿਸ਼ ਹੋ ਜਾਵੇ, ਕਰਮਾਂ ਬਿਨਾਂ ਉਹ ਸਾਂਭੀ ਨਹੀਂ ਜਾਂਦੀ। ਮਹਾਰਾਜ ਕਹਿੰਦੇ ਤੈਨੂੰ ਦਾਤ ਦੇਣੀ ਚਾਹੁੰਦੇ, ਪਰ ਤੂੰ ਲੈ ਨਹੀਂ ਸਕਿਆ, ਤਗੜੀ ਪਦਵੀ ਤੂੰ ਮਾਣੀ ਨਹੀਂ ਹੈ। ਜਬ ਸਤਿਗੁਰ ਕੁਰ ਖੇਤਰ ਗਮਨੇ। ਗੁਰਮੁਖੋ ਇਸ ਤਰ੍ਹਾਂ ਬਚਨ ਕਰਕੇ ਮਹਾਰਾਜ ਕਹਿੰਦੇ ਚੱਲ ਭਾਈ ਗੁਲਾਬਿਆ ਠੀਕ ਹੈ, ਜੇ ਤੂੰ ਸਾਨੂੰ ਜਾਣ ਵਾਸਤੇ ਕਹਿੰਦਾ ਅਸੀਂ ਚਲੇ ਜਾਵਾਂਗੇ। ਹੁਣ ਇੱਕ ਬਚਨ ਆ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨਾ ਕੁਰੂਕਸ਼ੇਤਰ ਗਏ ਸਨ। ਆਪਾਂ ਇਤਿਹਾਸ ਵਿੱਚ ਪਿੱਛੇ ਬਚਨ ਸਰਵਣ ਕੀਤੇ, ਜਦੋਂ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ ਪਏ ਨਾ, ਇੱਥੋਂ ਮਹਾਰਾਜ ਸਾਹਿਬ ਜੀ ਉਸ ਵੇਲੇ ਸੈਰ ਕਰਦਿਆਂ ਵੱਖ-ਵੱਖ ਇਲਾਕਿਆਂ ਦੀ ਤੇ ਕੁਰੂਕਸ਼ੇਤਰ ਗਏ ਸਨ। ਜਿਨ੍ਹਾਂ ਸੰਗਤਾਂ ਨੇ ਕੁਰੂਕਸ਼ੇਤਰ ਦੇ ਦਰਸ਼ਨ ਕੀਤੇ, ਉਹਨਾਂ ਨੇ ਵੀ ਦੇਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਵਿੱਚ ਗੁਰੂ ਘਰ ਬਣਿਆ ਹੈ। ਉਸ ਇੱਕ ਸਮਾਂ ਐਸਾ ਸੀ ਜਦੋਂ ਮਹਾਰਾਜ ਕੁਰੂਕਸ਼ੇਤਰ ਗਏ ਹਨ। ਉਤਰੇ ਤਬ ਚਮਕੌਰ ਸੋ ਜੋਏ। ਤੇ ਮਹਾਰਾਜ ਸਾਹਿਬ ਜੀ ਕੁਰੂਕਸ਼ੇਤਰ ਤੋਂ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਦੇ ਕੇ ਜਦੋਂ ਵਾਪਸ ਆਏ ਨਾ, ਤੇ ਚਲਦਿਆਂ ਚਲਦਿਆਂ ਮਹਾਰਾਜ ਚਮਕੌਰ ਸਾਹਿਬ ਪਹੁੰਚੇ ਸਨ। ਚਮਕੌਰ ਨਗਰ ਜਿੱਥੇ ਜੰਗ ਹੋਇਆ ਨਾ ਗੁਰਮੁਖੋ, ਇੱਥੇ ਮਹਾਰਾਜ ਨੇ ਪਹਿਲਾਂ ਵੀ ਚਰਨ ਪਾਏ। ਸਤਿਗੁਰੂ ਇੱਥੇ ਆ ਕੇ ਉਤਰੇ ਹਨ। ਉਤੋ ਨਿਹਾਲਾ ਗ੍ਰਾਮ ਚੌਧਰੀ। ਉਸ ਵੇਲੇ ਇਸ ਨਗਰ ਦਾ ਇੱਕ ਚੌਧਰੀ ਸੀ, ਨਾਮ ਸੀ ਉਸ ਦਾ ਨਿਹਾਲਾ। ਇਹ ਜਿਹੜਾ ਨਗਰ ਹੈ ਚਮਕੌਰ, ਇੱਥੋਂ ਦਾ ਇੱਕ ਚੌਧਰੀ ਹੈ, ਨਾਮ ਉਸ ਦਾ ਨਿਹਾਲਾ ਹੈ, ਅਤੇ ਇਸ ਜਗ੍ਹਾ ਦੇ ਉੱਪਰ ਰਹਿੰਦਾ ਹੈ। ਸੇਵਾ ਕਰੀ ਭਾਉ ਧਰ ਸੋਏ। ਇਹ ਪਿਛਲੀ ਸਾਖੀ ਹੈ, ਪਿੱਛੇ ਇਤਿਹਾਸ ਬੀਤ ਚੁੱਕਿਆ ਹੈ ਵੀ ਇਸ ਨਿਹਾਲੇ ਚੌਧਰੀ ਨੇ ਬੜੀ ਭਾਵਨਾ ਨਾਲ, ਪ੍ਰੇਮ ਨਾਲ ਗੁਰੂ ਪਾਤਸ਼ਾਹ ਦੀ ਸੇਵਾ ਕੀਤੀ ਹੈ। ਸੁਨ ਸੁਨ ਸੰਗਤ ਦਰਸ਼ਨ ਕੇ ਹਿਤ। ਤੇ ਸੰਗਤਾਂ ਨੂੰ ਜਦੋਂ ਪਤਾ ਲੱਗਾ ਵੀ ਸਤਿਗੁਰੂ ਆਏ ਨੇ ਚਮਕੌਰ ਸਾਹਿਬ ਦੀ ਧਰਤੀ ਤੇ, ਉਸ ਵੇਲੇ ਸੰਗਤਾਂ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਚੱਲ ਕੇ ਆਈਆਂ ਹਨ। ਮਿਲੀ ਆਏ ਲੈ ਅਨ ਕੇ ਅਕੋਰ। ਸੰਗਤਾਂ ਆਪਣੇ ਵੱਲੋਂ ਭੇਟਾ ਲੈ ਲੈ ਕੇ, ਕੋਈ ਪੈਸਾ ਲੈ ਕੇ ਆਇਆ ਹੈ, ਕੋਈ ਵਸਤਰ ਲੈ ਕੇ ਆਇਆ, ਕੋਈ ਸ਼ਸਤਰ ਲੈ ਕੇ ਆਇਆ, ਜਿਵੇਂ ਦੀ ਕਿਸੇ ਦੀ ਤਮੰਨਾ ਹੈ, ਭਾਵਨਾ ਹੈ ਵੀ ਮੈਂ ਮਹਾਰਾਜ ਨੂੰ ਇਹ ਵਸਤੂ ਭੇਟ ਕਰਾਂ। ਸੰਗਤਾਂ ਇਸ ਤਰ੍ਹਾਂ ਵੱਖਰੀਆਂ ਵੱਖਰੀਆਂ ਵਸਤੂਆਂ ਲੈ ਕੇ ਆਈਆਂ ਹਨ। ਮਾਛੀਵਾੜੇ ਕੀ ਖਤਰਾਣੀ। ਗੁਰਮੁਖੋ ਉਸ ਵੇਲੇ ਇਸ ਮਾਛੀਵਾੜੇ ਦੇ ਵਿੱਚ ਨਾ ਇੱਕ ਖੱਤਰੀ ਪਰਿਵਾਰ ਦੇ ਵਿੱਚੋਂ ਇੱਕ ਬੀਬੀ ਹੈ। ਸੋ ਉਸ ਨੂੰ ਵੀ ਪਤਾ ਲੱਗਾ ਵੀ ਮਹਾਰਾਜ ਆਏ ਨੇ। ਇਸ ਮਾਛੀਵਾੜੇ ਨਗਰ ਦੇ ਵਿੱਚ ਕਹਿਣ ਲੱਗੇ ਵੀ ਇੱਕ ਬੀਬੀ ਹੈ, ਖਤਰਾਣੀ ਤੋਂ ਭਾਵ ਖੱਤਰੀ ਪਰਿਵਾਰ ਦੇ ਵਿੱਚ ਰਹਿਣ ਵਾਲੀ ਇਹ ਜੋ ਬੀਬੀ ਹੈ। ਸੁਨ ਪਹੁੰਚੀ ਔਰ ਪ੍ਰੇਮ ਨਿਹੋਰ। ਜਦੋਂ ਇਹਨੂੰ ਪਤਾ ਲੱਗਾ ਨਾ ਵੀ ਮਹਾਰਾਜ ਆਏ ਨੇ, ਇਹ ਬੜੀ ਪ੍ਰੇਮ ਦੇ ਨਾਲ ਉਸ ਵੇਲੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਸੁਖਮ ਵਸਤਰ ਥਾਨ ਇੱਕ ਆਨੇ। ਇਸ ਨੇ ਬੜਾ ਸੂਖਸ਼ਮ ਵਸਤਰ, ਬਰੀਕ ਕੱਪੜਾ, ਇੱਕ ਪੂਰਾ ਥਾਨ ਇਸ ਨੇ ਬਣਾਇਆ ਸੀ, ਰੱਖਿਆ ਹੋਇਆ, ਉਹ ਮਹਾਰਾਜ ਨੂੰ ਭੇਟ ਕਰਨ ਵਾਸਤੇ ਲੈ ਕੇ ਆਈ ਹੈ। ਅਰਪਿਓ ਨਮੋ ਕਰੀ ਕਰ ਜੋਰ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਉਸ ਵੇਲੇ ਆ ਕੇ ਮੱਥਾ ਟੇਕਿਆ। ਇਸ ਬੀਬੀ ਨੇ ਸਤਿਗੁਰਾਂ ਨੂੰ ਹੱਥ ਜੋੜ ਕੇ ਸ਼੍ਰੀ ਮੁਖ ਤੇ ਭਿਖ ਕਰ ਫਰਮਾਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵੇਖਿਆ ਬੀਬੀ ਦੀ ਭਾਵਨਾ, ਵਸਤਰ ਭੇਟ ਕੀਤੇ, ਇਹਦੀ ਸ਼ਰਧਾ ਵੇਖ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਉਸ ਵੇਲੇ ਕਹਿਣ ਲੱਗੇ ਹਨ, ਸਿੱਖਣੀਏ ਜਾਚੋ ਚਿਤ ਲੋਰ। ਮਹਾਰਾਜ ਕਹਿਣ ਲੱਗੇ ਆ ਬੀਬੀ ਮੰਗ ਕੀ ਚਾਹੀਦਾ ਹੈ, ਤੇਰੀ ਭਾਵਨਾ ਹੈ, ਤੂੰ ਭਾਵਨਾ ਨਾਲ ਸੋਹਣਾ ਵਸਤਰ ਲੈ ਕੇ ਆਈ ਸਾਡੇ ਵਾਸਤੇ, ਮੰਗ ਕੀ ਚਾਹੀਦਾ ਹੈ, ਜੋ ਮੰਗੇਗੀ ਉਹ ਮਿਲੇਗਾ। ਅੱਜ ਵੀ ਸੰਗਤਾਂ ਵਸਤਰ ਭੇਟ ਕਰਦੀਆਂ ਨਾ, ਸੋਹਣੇ ਰਮਾਲੇ ਮਹਾਰਾਜ ਸਾਹਿਬ ਜੀਆਂ ਨੂੰ ਭੇਟ ਕਰਦੀਆਂ ਸੰਗਤਾਂ ਅੱਜ ਵੀ। ਉਸ ਵੇਲੇ ਵੀ ਇਸ ਬੀਬੀ ਨੇ ਬੜਾ ਸੋਹਣਾ ਥਾਨ ਕੱਪੜੇ ਦਾ, ਬੜੇ ਮਹਿੰਗੇ ਮੁੱਲ ਵਾਲਾ ਮਹਾਰਾਜ ਨੂੰ ਭੇਟ ਕੀਤਾ। ਮਹਾਰਾਜ ਨੇ ਇਹਦੀ ਭਾਵਨਾ ਵੇਖੀ, ਭਾਵਨਾ ਵੇਖ ਕੇ ਪਾਤਸ਼ਾਹ ਕਹਿਣ ਲੱਗੇ ਮੰਗ ਬੀਬੀ ਕੀ ਚਾਹੀਦਾ ਹੈ, ਕਿਹੜੀ ਭਾਵਨਾ ਲੈ ਕੇ ਆਈ ਹੈ। ਕਰ ਬੰਧਨ ਖਤਰਾਣੀ ਭਾਕੇ। ਉਸ ਵੇਲੇ ਇਸ ਬੀਬੀ ਨੇ ਮਹਾਰਾਜ ਦੇ ਅੱਗੇ ਹੱਥ ਜੋੜੇ, ਹੱਥ ਜੋੜ ਕੇ ਉਸ ਵੇਲੇ ਕਹਿਣ ਲੱਗੀ ਹੈ, ਪਾਤਸ਼ਾਹੋ ਮੇਰੀ ਅਰਦਾਸ। ਮਹਾਰਾਜ ਮੇਰੀ ਇੱਕ ਅਰਦਾਸ ਹੈ, ਮੇਰੀ ਇੱਕੋ ਹੀ ਬੇਨਤੀ ਹੈ, ਉਹ ਬੇਨਤੀ ਮੈਂ ਤੁਹਾਡੇ ਚਰਨਾਂ ਵਿੱਚ ਕਰਦੀ, ਆਪ ਕਿਰਪਾ ਕਰਕੇ ਮੇਰੀ ਬੇਨਤੀ ਸੁਣਨਾ ਕਰੋ। ਭਈ ਬਿਰਧਾ ਮੈਂ ਗਮਨ ਨਾ ਜਾਏ। ਸਤਿਗੁਰੂ ਮੈਂ ਹੁਣ ਬਜ਼ੁਰਗ ਹੋ ਗਈ ਹਾਂ, ਉਮਰਾਂ ਕਰਕੇ ਬੁੱਢੀ ਹੋ ਗਈ ਹਾਂ, ਹੁਣ ਚੱਲਣਾ ਫਿਰਨਾ ਬੜਾ ਮੁਸ਼ਕਲ ਹੈ। ਖੁੰਡੀ ਦੇ ਨਾਲ ਥੋੜਾ ਬਹੁਤਾ ਘਰ ਵਿੱਚ ਇੱਧਰ ਉੱਧਰ ਤੁਰ ਲੈਂਦੀ ਹਾਂ, ਪਰ ਜੇ ਸਫ਼ਰ ਕਰਕੇ ਜਾਣਾ
ਮਹਾਰਾਜ ਬੜਾ ਔਖਾ ਹੈ, ਮੈਂ ਬਿਰਧ ਹੋ ਗਈ, ਬਜ਼ੁਰਗ ਹੋ ਗਈ ਪਾਤਸ਼ਾਹ, ਹੁਣ ਚੱਲਿਆ ਫਿਰਿਆ ਨਹੀਂ ਜਾਂਦਾ ਹੈ। ਕਿਮ ਪਹੁੰਚੋ ਰਾਵਰ ਕੇ ਪਾਸ। ਸਤਿਗੁਰੂ ਪਾਤਸ਼ਾਹ ਮੈਂ ਤੁਹਾਡੇ ਕੋਲ ਕਿਵੇਂ ਪਹੁੰਚ ਸਕਦੀ ਹਾਂ? ਮੇਰੀ ਤਮੰਨਾ ਹੈ ਵੀ ਤੁਹਾਡੇ ਕੋਲ ਆਵਾਂ, ਦਰਸ਼ਨ ਕਰਾਂ, ਪਰ ਪਾਤਸ਼ਾਹ ਮੈਂ ਤੁਹਾਡੇ ਕੋਲ ਕਿਵੇਂ ਪਹੁੰਚ ਸਕਦੀ ਹਾਂ? ਸੂਖਮ ਸੂਤ ਕਾਤ ਕਰ ਨਿਤ ਹੀ। ਮਹਾਰਾਜ ਮੈਂ ਆਪਣੇ ਘਰ ਦੇ ਵਿੱਚ ਇੱਕ ਬਸਤਰ ਕੱਤ ਕੇ, ਚਰਖੇ ਦੇ ਉੱਪਰ ਕੱਤ ਕੇ ਨਾ ਪੂਣੀਆਂ ਬਣਾ ਕੇ ਰੂਈ ਨੂੰ, ਤੇ ਪਾਤਸ਼ਾਹ ਤੁਹਾਡੇ ਵਾਸਤੇ ਇੱਕ ਬੜਾ ਸੋਹਣਾ ਹੱਥੀਂ ਮਿਹਨਤ ਕਰਕੇ ਸੇਵਾ ਕੀਤੀ ਹੈ। ਮੇਰੀ ਭਾਵਨਾ ਹੈ ਵੀ ਉਹ ਬਸਤਰ ਤੁਹਾਨੂੰ ਭੇਟ ਕੀਤਾ ਜਾਵੇ। ਗੁਰਮੁਖੋ ਅੱਜ ਅਸੀਂ ਸੰਸਾਰ ਵਿੱਚ ਰਹਿੰਦੇ ਹਾਂ, ਅਸੀਂ ਬਹੁਤ ਤੇ ਉਹ ਕੋਸ਼ਿਸ਼ ਕਰਦੇ ਹਾਂ ਵੀ ਮਾਇਆ ਲਾਈਏ ਤੇ ਵਸਤੂ ਲੈ ਆਈਏ, ਤੇ ਵਸਤੂ ਲਿਆ ਕੇ ਭੇਟ ਕਰ ਦਈਏ, ਪਰ ਸੇਵਾ ਹੱਥਾਂ ਦੇ ਨਾਲ ਔਰ ਸੇਵਾ ਪੈਰਾਂ ਨਾਲ ਚੱਲ ਕੇ ਹੁੰਦੀ। ਹੱਥੀਂ ਸੇਵਾ ਕਰਨੀ ਚਾਹੀਦੀ ਜਿੰਨੀ ਹੋ ਸਕੇ। ਹੱਥੀਂ ਸੇਵਾ ਦਾ ਬੜਾ ਵੱਡਾ ਫਲ ਹੈ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਸੇਵਾ ਇੰਨੀ ਵੱਡੀ ਹੈ ਵੀ ਜਿਹੜਾ ਨਿਸ਼ਕਾਮ ਹੋ ਕੇ ਹੱਥਾਂ ਨਾਲ ਕਰੇ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ। ਪਰ ਅੱਜ ਕੱਲ੍ਹ ਸਮਾਂ ਇੱਕ ਇਹੋ ਜਿਹਾ ਹੈ, ਅਸੀਂ ਸਭ ਕੁਝ ਮੁੱਲ ਦਾ ਹੀ ਵਸਤੂ ਖਾਣ ਵਾਸਤੇ ਪਹਿਨਣ ਵਾਸਤੇ ਲੈ ਕੇ ਆਉਂਦੇ, ਹੱਥੀਂ ਸੇਵਾ ਕਰਨ ਤੋਂ ਬੜਾ ਗੁਰੇਜ਼ ਕਰਦੇ। ਪਰ ਸੇਵਾ ਹੱਥੀਂ ਕਰਾਂਗੇ ਤੇ ਉਹਦਾ ਫਲ ਵੱਡਾ ਹੈ। ਬੀਬੀ ਕਹਿ ਰਹੀ ਹੈ, ਕਹਿੰਦੀ ਮਹਾਰਾਜ ਵੀ ਮੈਂ ਆਪਣੇ ਹੱਥਾਂ ਦੇ ਨਾਲ ਇੱਕ ਸੂਖਮ ਬਸਤਰ ਬਣਾਉਣ ਵਾਸਤੇ ਬੜਾ ਸੋਹਣਾ ਕੱਤ ਕੇ ਚਰਖੇ ਨੂੰ ਬਣਾਉਂਦੀ ਪਈ ਹਾਂ। ਭੇਟ ਦੇਤ ਮੈਂ ਸੁੰਦਰ ਬਾਸ। ਮਹਾਰਾਜ ਮੈਂ ਚਾਹੁੰਦੀ ਹਾਂ ਵੀ ਉਹ ਸੋਹਣਾ ਬਸਤਰ ਮੈਂ ਤੁਹਾਨੂੰ ਭੇਟ ਕਰਾਂ, ਮੇਰੀ ਇਹ ਮਨ ਦੀ ਤਮੰਨਾ ਹੈ। ਕਿਮ ਦਰਸ਼ਨ ਮੁਝ ਪ੍ਰਾਪਤ ਹੋਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਮੈਨੂੰ ਤੁਹਾਡਾ ਦਰਸ਼ਨ ਕਿਵੇਂ ਹੋਵੇਗਾ? ਅੱਜ ਤੇ ਮੈਂ ਆ ਗਈ ਹਾਂ, ਤੁਹਾਨੂੰ ਥਾਨ ਕੱਪੜੇ ਦਾ ਦੇ ਚੱਲੀ ਆ, ਪਰ ਮਹਾਰਾਜ ਇੱਕ ਮੈਂ ਕੱਪੜਾ ਘਰ ਵਿੱਚ ਵੀ ਕੱਤ ਕੇ ਬਣਾਉਂਦੀ ਪਈ ਸੋਹਣਾ ਬਸਤਰ ਤੁਹਾਡੇ ਵਾਸਤੇ, ਤੇ ਪਾਤਸ਼ਾਹ ਉਹ ਮੈਂ ਤੁਹਾਨੂੰ ਕਿਵੇਂ ਦੇਵਾਂਗੀ? ਕਿਉਂਕਿ ਮੇਰੇ ਤੋਂ ਚੱਲਣਾ ਫਿਰਨਾ ਬੜਾ ਮੁਸ਼ਕਲ ਹੋ ਗਿਆ ਹੈ। ਇਹ ਕਿਮ ਪੂਰਨ ਹੋਵੇ ਆਸ। ਮਹਾਰਾਜ ਇਹ ਮੇਰੀ ਆਸ ਕਿਵੇਂ ਪੂਰੀ ਹੋਵੇਗੀ? ਉਦੋਂ ਤੇ ਬੀਬੀ ਕਿਤੇ ਮਾਛੀਵਾੜੇ ਤੋਂ ਥੋੜੀ ਕਾਇਮ ਹੋਵੇਗੀ, ਚੱਲ ਕੇ ਆ ਗਈ, ਚਮਕੌਰ ਸਾਹਿਬ ਦਿਦਾਰਾ ਕਰ ਲਿਆ, ਬਸਤਰਾਂ ਦਾ ਥਾਨ ਭੇਟ ਕਰ ਦਿੱਤਾ। ਜਦੋਂ ਮਹਾਰਾਜ ਨੇ ਆਖਿਆ ਮੰਗ ਕੀ ਚਾਹੀਦਾ, ਕਹਿਣ ਲੱਗੀ ਇੱਛਾ ਇੱਕੋ ਹੀ ਹੈ ਵੀ ਇੱਕ ਮੈਂ ਹੱਥ ਨਾਲ ਬਸਤਰ ਬਣਾਉਂਦੀ ਪਈ ਮਹਾਰਾਜ, ਪਰ ਹੁਣ ਗਾਂ ਜਿਵੇਂ ਜਿਵੇਂ ਉਮਰਾਂ ਬਜ਼ੁਰਗ ਹੋਵਾਂਗੀ, ਚੱਲਣਾ ਫਿਰਨਾ ਔਖਾ ਹੋ ਜਾਣਾ, ਪਾਤਸ਼ਾਹ ਮੈਂ ਤੁਹਾਨੂੰ ਕਿਵੇਂ ਉਹ ਬਸਤਰ ਪਹੁੰਚਾਵਾਂਗੀ? ਇਹ ਆਪ ਕਿਰਪਾ ਕਰੋ ਵੀ ਮੇਰਾ ਹੱਥੀਂ ਉਣਿਆ ਬੁਣਿਆ ਬਸਤਰ ਤੁਹਾਡੇ ਕੋਲ ਪਹੁੰਚਣਾ ਕਰੇ। ਸੁਨ ਕਰ ਕਹਿਓ ਬਸਤਰ ਹਮ ਲੈ ਹੈ। ਮਹਾਰਾਜ ਕਹਿਣ ਲੱਗੇ ਮਾਤਾ ਬੀਬੀ ਫਿਕਰ ਨਾ ਕਰ, ਜਦੋਂ ਤੇਰਾ ਬਸਤਰ ਤਿਆਰ ਹੋ ਗਿਆ ਨਾ, ਇਹੋ ਜਿਹਾ ਸਮਾਂ ਬਣੇਗਾ ਅਸੀਂ ਤੇਰੇ ਕੋਲ ਆਪੇ ਹੀ ਆ ਜਾਵਾਂਗੇ। ਬੀਬੀ ਨੂੰ ਪੁੱਛਿਆ ਨਾ ਤੂੰ ਕਿੱਥੋਂ ਦੀ ਰਹਿ, ਕਹਿੰਦੀ ਮਾਛੀਵਾੜੇ ਦੀ ਰਹਿਣ ਵਾਲੀ ਹੈ। ਹੁਣ ਚਮਕੌਰ ਸਾਹਿਬ ਤੁਹਾਡਾ ਦਿਦਾਰਾ ਕੀਤਾ। ਪਾਤਸ਼ਾਹ ਕਹਿਣ ਲੱਗੇ ਫਿਕਰ ਨਹੀਂ ਫਿਰ ਕਰਨਾ, ਇੱਕ ਸਮਾਂ ਆਵੇਗਾ ਅਸੀਂ ਤੇਰਾ ਬਸਤਰ ਲੈਣ ਵਾਸਤੇ ਤੇਰੇ ਕੋਲ ਆਪੇ ਹੀ ਆ ਜਾਵਾਂਗੇ। ਇਹ ਬਚਨ ਮਹਾਰਾਜ ਨੇ ਪਹਿਲਾਂ ਆਖੇ ਸਨ। ਜਹ ਤੂੰ ਬਸੈ ਤਿਸੀ ਪੁਰ ਆਏ। ਸਤਿਗੁਰੂ ਕਹਿਣ ਲੱਗੇ ਜਿਹੜੇ ਪਿੰਡ ਵਿੱਚ ਤੂੰ ਰਹਿੰਦੀ ਹੈ ਨਾ ਮਾਛੀਵਾੜੇ ਦੇ ਵਿੱਚ, ਕਹਿੰਦੇ ਸਮਾਂ ਆਵੇਗਾ ਅਸੀਂ ਤੇਰੇ ਕੋਲ ਆਪ ਆਵਾਂਗੇ ਲੈਣ ਵਾਸਤੇ। ਇਹ ਗੁਰਮੁਖੋ ਜਦੋਂ ਪਹਿਲਾਂ ਮਹਾਰਾਜ ਕੁਰੂਕਸ਼ੇਤਰ ਗਏ ਨਾ, ਪਿੱਛੇ ਇਤਿਹਾਸ ਆਪਾਂ ਇਹ ਪ੍ਰਸੰਗ ਸਰਵਨ ਕਰ ਲਿਆ ਹੈ, ਉਸ ਵੇਲੇ ਮਾਤਾ ਨੇ ਆ ਕੇ ਮਹਾਰਾਜ ਨੂੰ ਕੱਪੜੇ ਦਾ ਥਾਨ ਭੇਟ ਕੀਤਾ ਬੜਾ ਸੁੰਦਰ। ਫਿਰ ਮਹਾਰਾਜ ਨੇ ਪੁੱਛਿਆ ਸੀ ਦੱਸ ਕੀ ਤਮੰਨਾ ਹੈ? ਕਹਿੰਦੀ ਮੈਂ ਘਰ ਦੇ ਵਿੱਚ ਕੱਤ ਕੇ ਕੱਪੜਾ ਤਿਆਰ ਕਰਦੀ ਵੀ, ਮੇਰੀ ਇੱਛਾ ਹੈ ਵੀ ਉਹ ਤੁਹਾਨੂੰ ਦੇਵਾਂ, ਪਰ ਮੈਂ ਹੁਣ ਦਿਨੋਂ ਦਿਨ ਬਜ਼ੁਰਗ ਹੁੰਦੀ ਜਾਂਦੀ। ਤੇ ਫਿਰ ਮਹਾਰਾਜ ਨੇ ਆਖਿਆ ਸੀ ਫਿਕਰ ਨਾ ਕਰੇ, ਇੱਕ ਸਮਾਂ ਆਵੇਗਾ ਉਹ ਬਸਤਰ ਲੈਣ ਵਾਸਤੇ ਅਸੀਂ ਆਪ ਹੀ ਤੇਰੇ ਕੋਲ ਆ ਜਾਵਾਂਗੇ। ਇਹ ਮਹਾਰਾਜ ਨੇ ਪਹਿਲਾਂ ਬਚਨ ਕਹਿ ਦਿੱਤੇ ਹਨ। ਮਹਾ ਪ੍ਰਸਾਦ ਅਚਹੋਲੇ ਹਮ ਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਣ ਤੂੰ ਸਾਡੇ ਕੋਲੋਂ ਪ੍ਰਸ਼ਾਦ ਜਿਹੜਾ ਲੈਣਾ ਕਰ। ਇਮ ਕਹਿ ਸਤਿਗੁਰ ਦਿਓ ਸੁਖਾਏ। ਇਸ ਤਰ੍ਹਾਂ ਮਹਾਰਾਜ ਨੇ ਕਹਿ ਕੇ ਸੁਖ ਦਿੱਤਾ, ਨਾਲ ਪ੍ਰਸ਼ਾਦ ਦਿੱਤਾ। ਇਸ ਬਿਰਧ ਮਾਤਾ ਨੇ ਉਹ ਪ੍ਰਸ਼ਾਦ ਲੈ ਕੇ ਪਾਤਸ਼ਾਹ ਕੋਲੋਂ ਛਕਿਆ, ਤੇ ਜਿਸ ਮਹਾਰਾਜ ਜੀ ਨੇ ਦਿੱਤਾ ਪ੍ਰਸ਼ਾਦ ਛਕਿਆ, ਬੜਾ ਹੀ ਸੁਖ ਪ੍ਰਾਪਤ ਹੋਇਆ, ਆਨੰਦ ਪ੍ਰਾਪਤ ਹੋਇਆ ਹੈ। ਹੋਏ ਆਨੰਦ ਪੁਨ ਸਦਰਨ ਸਿਧਾਰੀ। ਬੜੀ ਆਨੰਦਿਤ ਹੋ ਕੇ ਖੁਸ਼ਾ ਲੈ ਕੇ, ਤਮੰਨਾ ਸੀ ਨਾ, ਬੰਦੇ ਦੀ ਇੱਛਾ ਹੁੰਦੀ ਹੈ ਨਾ, ਆਪਾਂ ਨੂੰ ਪਤਾ ਹੁੰਦਾ ਵੀ ਸਰੀਰ ਦਾ ਕੋਈ ਪਤਾ ਨਹੀਂ। ਹੁਣ ਮਾਤਾ ਦੇ ਮਨ ਵਿੱਚ ਕਿਤੇ ਨਾ ਕਿਤੇ ਗੱਲ ਹੋਵੇਗੀ ਵੀ ਬਜ਼ੁਰਗ ਹੋ ਗਈ ਆ, ਪਤਾ ਨਹੀਂ ਕਦੋਂ ਦੁਨੀਆ ਤੋਂ ਤੁਰ ਪੈਣਾ ਹੈ। ਇਹ ਜਿਹੜਾ ਬਸਤਰ ਉਣਦੀ ਪਈਆਂ ਇਹ ਗੁਰੂ ਲੇਖੇ ਲੱਗੇ ਤੇ ਤਾਂ ਹੈ। ਹੁਣ ਗੁਰੂ ਪਾਤਸ਼ਾਹ ਨੇ ਬਚਨ ਹੀ ਕਹਿ ਦਿੱਤਾ ਵੀ ਤੇਰੇ ਕੋਲੋਂ ਲਵਾਂਗੇ। ਉਹਨੂੰ ਹੁਣ ਯਕੀਨ ਹੋ ਗਿਆ ਵੀ ਹੁਣ ਮੈਂ ਦੁਨੀਆ ਤੋਂ ਨਹੀਂ ਜਾਂਦੀ ਹਾਂ, ਔਰ ਬਸਤਰ ਵੀ ਮਹਾਰਾਜ ਨੇ ਆਪ ਲੈ ਲੈਣਾ, ਮੇਰੀ ਸੇਵਾ ਸਫਲੀ ਹੋ ਗਈ। ਇਸ ਤਰ੍ਹਾਂ ਹੁਣ ਮਨ ਵਿੱਚ ਬਹੁਤ ਜ਼ਿਆਦਾ ਖੁਸ਼ ਹੈ। ਕਾਤ ਬਸਤਰ ਤਿਨ ਧਰਿਓ ਸੁਖਾਏ। ਤੇ ਉਸ ਵੇਲੇ ਗੁਰਮੁਖੋ ਇਸ ਨੇ ਬੜਾ ਸੋਹਣਾ ਬਸਤਰ ਜਿਹੜਾ ਨਾ ਕੱਤ ਕੇ ਘਰ ਦੇ ਵਿੱਚ ਰਖੇ ਨੂੰ, ਤੇ ਬਸਤਰ ਸੋਹਣੀਆਂ ਉਸ ਵੇਲੇ ਤੰਦਾਂ ਬਣਾ ਕੇ ਪੂਣੀਆਂ ਬਣਾ ਕੇ ਮਹਾਰਾਜ ਵਾਸਤੇ ਸੋਹਣਾ ਬਸਤਰ ਇਸ ਨੇ ਤਿਆਰ ਕਰਕੇ ਰੱਖ ਲਿਆ ਆਪਣੇ ਘਰ ਵਿੱਚ।
ਹੁਣ ਸਮਾਂ ਉਡੀਕਦੀ ਪਈ ਹੈ ਵੀ ਕਦੋਂ ਸਮਾਂ ਆਵੇ ਤੇ ਮਹਾਰਾਜ ਮੇਰੇ ਘਰ ਵਿੱਚ ਚਰਨ ਪਾਉਣਾ ਕਰਨ। ਤਿਸਕੋ ਕਹਿਓ ਹੁਤੋ ਜਿਮ ਪੂਰਬ। ਜਿਵੇਂ ਮਹਾਰਾਜ ਨੇ ਪਹਿਲਾਂ ਕਿਹਾ ਸੀ ਨਾ, ਇਹ ਸਾਖੀ ਪਹਿਲੀ ਹੈ ਜਿਹੜੀ ਆਪਾਂ ਸਾਰੀ ਸਰਵਨ ਕਰ ਲਈ ਹੈ। ਅੱਜ ਗੁਰਮੁਖੋ ਉਹ ਟਾਈਮ ਆ ਗਿਆ ਹੈ ਜਦੋਂ ਮਹਾਰਾਜ ਨੇ ਆਖਿਆ ਨਾ ਤੇਰੇ ਕੋਲੋਂ ਲਵਾਂਗੇ ਬੀਬੀ ਆ ਕੇ ਬਸਤਰ ਜਦੋਂ ਸਮਾਂ ਆਵੇਗਾ। ਅੱਜ ਉਹ ਸਮਾਂ ਆ ਗਿਆ। ਇਸ ਕਰਕੇ ਪਾਤਸ਼ਾਹ ਜੀ ਸੋ ਸਿਮਰਨ ਕਰ ਗੁਰ ਤਿਸ ਕਾਲ। ਸਤਿਗੁਰੂ ਪਾਤਸ਼ਾਹ ਨੇ ਉਹ ਸਮਾਂ ਚੇਤੇ ਕਰ ਲਿਆ। ਮਹਾਰਾਜ ਨੂੰ ਬਚਨ ਚੇਤੇ ਆ ਗਿਆ ਵੀ ਇਸ ਨਗਰ ਦੀ ਇੱਕ ਬਿਰਧ ਮਾਤਾ ਸਾਨੂੰ ਮਿਲੀ ਸੀ, ਉਹਨੇ ਕੱਪੜੇ ਦਾ ਥਾਨ ਭੇਟ ਕਰਕੇ ਆਖਿਆ ਸੀ ਪਾਤਸ਼ਾਹ ਮੈਂ ਬਸਤਰ ਬੁਣਦੀ ਪਈ ਆ, ਆਪ ਕਿਰਪਾ ਕਰਕੇ ਅੰਗੀਕਾਰ ਕਰੋ। ਉਹ ਬਚਨ ਚੇਤੇ ਕਰਕੇ ਮਹਾਰਾਜ ਸਾਹਿਬ ਜੀ ਉਸ ਵੇਲੇ ਕਹਿਓ ਗੁਲਾਬੇ ਸੋ ਤਿਸ ਛਿਨ ਮੈਂ। ਮਹਾਰਾਜ ਸਾਹਿਬ ਜੀ ਨੇ ਭਾਈ ਗੁਲਾਬਾ ਜੀ ਨੂੰ ਬੁਲਾਇਆ। ਕਹਿਣ ਲੱਗੇ ਗੁਲਾਬਿਆ ਤੂੰ ਸਾਨੂੰ ਵਧਾਈਗੀ ਦਿੰਦਾ ਪਿਆ ਜਾਣ ਵਾਸਤੇ, ਤੇਰਾ ਬਚਨ ਮੰਨ ਲਿਆ, ਅਸੀਂ ਚੱਲਣ ਵਾਸਤੇ ਤਿਆਰ ਹਾਂ, ਪਰ ਸਾਡਾ ਇੱਕ ਕੰਮ ਹੈ ਜਿਹੜਾ ਤੂੰ ਹੀ ਕਰ ਸਕਦਾ ਹੈ। ਸਤਿਗੁਰੂ ਕਹਿਣ ਲੱਗੇ ਹਨ ਸ਼ਤਰਾਣੀ ਜੋ ਬ੍ਰਿਧਾ ਵਿਸਾਲ। ਮਹਾਰਾਜ ਸਾਹਿਬ ਜੀਆਂ ਨੇ ਉਸ ਬੀਬੀ ਦਾ ਨਾਮ ਦੱਸ ਦਿੱਤਾ। ਕਹਿਣ ਲੱਗੇ ਤੇਰੇ ਪਿੰਡ ਦੇ ਵਿੱਚ ਇੱਕ ਐਸ ਨਾਮ ਦੀ ਬੀਬੀ ਰਹਿੰਦੀ ਹੈ, ਖੱਤਰੀ ਪਰਿਵਾਰ ਦੇ ਵਿੱਚ ਵਿਆਹੀ ਹੋਈ ਹੈ। ਤੇ ਗੁਰਮੁਖੋ ਉਹਨਾਂ ਸਮਿਆਂ ਵਿੱਚ ਨਾ ਦੂਰ ਦੂਰ ਤੱਕ ਪਤਾ ਹੁੰਦਾ ਸੀ ਵੀ ਇਹ ਕਿਹੜੇ ਖਾਨਦਾਨ ਵਿੱਚੋਂ, ਇਹਨਾਂ ਦਾ ਵੱਡਾ ਵਡੇਰਾ ਕੌਣ ਹੈ, ਬਜ਼ੁਰਗ ਕੌਣ ਹੈ। ਕਈ ਪੀੜ੍ਹੀਆਂ ਤੱਕ ਲੋਕ ਇੱਕ ਦੂਜੇ ਨੂੰ ਜਾਣਿਆ ਕਰਦੇ। ਜਦੋਂ ਮਹਾਰਾਜ ਨੇ ਦੱਸਿਆ ਨਾ ਉਹਨਾਂ ਦੇ ਪਰਿਵਾਰ ਦਾ ਨਾਮ, ਤੇ ਉਹ ਭਾਈ ਗੁਲਾਬਾ ਕਹਿੰਦਾ ਮਹਾਰਾਜ ਮੈਂ ਜਾਣਦਾ ਚੰਗੀ ਤਰ੍ਹਾਂ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਸਾਡਾ ਕੰਮ ਕਰ। ਕਰੋ ਹਕਾਰਨ ਸੰਗ ਸੁਆਨ। ਮਹਾਰਾਜ ਕਹਿੰਦੇ ਉਸ ਬੀਬੀ ਨੂੰ ਲੈ ਕੇ ਆ ਨਾਲ, ਜਾ ਸਾਡਾ ਬਚਨ ਮੰਨ। ਉਹ ਬੀਬੀ ਨੇ ਬਸਤਰ ਤਿਆਰ ਕੀਤਾ ਹੋਇਆ। ਉਹ ਕਹਿੰਦੀ ਸੀ ਮਹਾਰਾਜ ਦਰਸ਼ਨ ਜਦੋਂ ਆਪ ਬਖਸ਼ਿਸ਼ ਕਰੋ, ਤੇ ਅਸੀਂ ਉਹਦੇ ਨਾਲ ਬਚਨ ਕੀਤਾ ਹੈ, ਇਸ ਕਰਕੇ ਜਾ ਉਸ ਬੀਬੀ ਨੂੰ ਨਾਲ ਲੈ ਕੇ ਆ। ਇਹ ਬਚਨ ਆਖਿਆ ਹੈ ਤਿਸ ਕੀ ਪੂਰਹਿ ਕਾਮਨਾ ਹਾਲ। ਤੇ ਉਸ ਦੀ ਹੁਣ ਅਸੀਂ ਕਾਮਨਾ ਪੂਰੀ ਕਰਾਂਗੇ ਹੁਣੇ ਹੀ, ਕਿਉਂਕਿ ਤਮੰਨਾ ਸੀ ਨਾ ਉਸ ਬੀਬੀ ਦਾ। ਇਹ ਬਚਨ ਸੀ ਵੀ ਮਹਾਰਾਜ ਸਾਹਿਬ ਜਿਵੇਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਜੰਮੂ ਗਏ ਨਾ, ਇੱਥੇ ਇੱਕ ਬਿਰਧ ਮਾਤਾ ਵੀ ਮਹਾਰਾਜ ਨੂੰ ਉਡੀਕਦੀ ਪਈ, ਸੋਹਣਾ ਬਸਤਰ ਬਣਾ ਕੇ ਮਹਾਰਾਜ ਆਉਣਗੇ ਤੇ ਭੇਟ ਕਰਾਂਗੇ। ਲੋਕਾਂ ਨੇ ਕਹਿਣਾ ਮਾਤਾ ਵੀ ਗੁਰੂ ਤੇ ਬੜੀ ਦੂਰ ਬੈਠਾ, ਅੰਮ੍ਰਿਤਸਰ ਦੀ ਧਰਤੀ, ਤੂੰ ਜੰਮੂ ਵਿੱਚ ਪਹਾੜਾਂ ਵਿੱਚ ਬੈਠੀ ਆ, ਕਸ਼ਮੀਰ ਦੇ ਵਿੱਚ, ਮਹਾਰਾਜ ਇੰਨੀ ਦੂਰ ਥੋੜੀ ਆਉਣਗੇ। ਉਹ ਕਹਿਣ ਲੱਗੀ ਨਹੀਂ ਮੇਰੀ ਭਾਵਨਾ ਹੈ ਮਹਾਰਾਜ ਜ਼ਰੂਰ ਆਉਣਗੇ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਫਿਰ ਗਏ ਉਸ ਬੀਬੀ ਦੇ ਬਸਤਰਾਂ ਨੂੰ ਅੰਗੀਕਾਰ ਕਰਨ ਵਾਸਤੇ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਬੀਬੀ ਬਸਤਰ ਭੇਟ ਕਰਨਾ ਚਾਹੁੰਦੀ। ਸਤਿਗੁਰੂ ਆਪ ਬਸਤਰ ਲੈਣ ਵਾਸਤੇ ਭਾਈ ਗੁਲਾਬੇ ਨੂੰ ਭੇਜਿਆ। ਕਹਿਣ ਲੱਗੇ ਜਾਓ ਉਸ ਮਾਤਾ ਨੂੰ ਬੁਲਾ ਕੇ ਲਿਆਉਣਾ ਕਰੋ। ਸੁਨਤ ਹੁਕਮ ਕੋ ਗਇਓ ਤੁਰਤ ਤਬ। ਉਸ ਵੇਲੇ ਭਾਈ ਗੁਲਾਬਾ ਉਹ ਤੇ ਚਾਹੁੰਦਾ ਵੀ ਛੇਤੀ ਮਾਤਾ ਆਵੇ ਕੱਪੜਾ ਲੈ ਕੇ, ਤੇ ਮਹਾਰਾਜ ਕੱਪੜਾ ਲੈਣ ਤੇ ਮੇਰੇ ਘਰੋਂ ਬਾਹਰ ਜਾਣ। ਡਰਦਾ ਪਿਆ ਵੀ ਛੇਤੀ ਮਹਾਰਾਜ ਚਲੇ ਜਾਣ, ਮੇਰੇ ਘਰੇ ਕਿਤੇ ਰੋਕ ਨਾ ਜਾ। ਬਚਨ ਮੰਨ ਕੇ ਭਾਈ ਗੁਲਾਬਾ ਜੀ ਉਸੇ ਵੇਲੇ ਚੱਲ ਪਏ ਹਨ। ਜਹਾਂ ਸਦਨ ਥੇ ਖੋਜ ਉਤਾਲ। ਜਿੱਥੇ ਉਹਦਾ ਘਰ ਸੀ ਨਾ ਬੀਬੀ ਦਾ, ਉਹ ਘਰ ਲੱਭਿਆ। ਉਹਦੇ ਖਾਨਦਾਨ ਦੇ ਵੱਡੇ ਵਡੇਰਿਆਂ ਦੇ ਨਾਮ ਤੋਂ ਪਤਾ ਲੱਗਾ ਵੀ ਫਲਾਣੀ ਥਾਂ ਤੇ ਉਹ ਘਰ ਹੈ, ਬੀਬੀ ਦਾ ਫਲਾਣਾ ਨਾਮ ਹੈ। ਇਸ ਤਰ੍ਹਾਂ ਪੁੱਛ ਕੇ ਤੇ ਉੱਥੇ ਪਹੁੰਚਿਆ ਹੈ। ਏਤ ਬਤਾਇਓ ਸਕਲ ਗੁਰੂ ਕੋ। ਜਦੋਂ ਉਹ ਬੀਬੀ ਆ ਗਈ ਸਾਹਮਣੇ, ਉਸ ਵੇਲੇ ਭਾਈ ਗੁਲਾਬੇ ਨੇ ਸਾਰੀ ਗੱਲ ਦੱਸੀ ਹੈ ਵੀ ਜਿਸ ਗੁਰੂ ਪਾਤਸ਼ਾਹ ਨੂੰ ਇਹ ਬਿਰਧ ਮਾਤਾ ਤੂੰ ਬਸਤਰ ਭੇਟ ਕਰਨਾ ਚਾਹੁੰਦੀ ਸੀ, ਤੂੰ ਮਿਲੀ ਸੀ ਚਮਕੌਰ ਸਾਹਿਬ ਜਾ ਕੇ। ਬੀਬੀ ਨੂੰ ਵੀ ਬਚਨ ਚੇਤੇ ਆ ਗਿਆ। ਕਹਿਣ ਲੱਗੀ ਹਾਂ। ਕਹਿਣ ਲੱਗਾ ਵੀ ਉਹ ਗੁਰੂ ਪਾਤਸ਼ਾਹ ਮੇਰੇ ਘਰੇ ਆ ਕੇ ਬੈਠੇ ਨੇ ਤੇ ਤੈਨੂੰ ਬੁਲਾਉਂਦੇ ਪਏ ਨੇ, ਤੂੰ ਬਸਤਰ ਵੀ ਨਾਲ ਲੈ ਤੇ ਆਪ ਵੀ ਨਾਲ ਚੱਲ, ਸਤਿਗੁਰਾਂ ਨੂੰ ਬਸਤਰ ਭੇਟ ਕਰੀਏ। ਸੁਨ ਹਰਖੀ ਪਰਖੀ ਸਭ ਬਾਤ। ਉਸ ਵੇਲੇ ਸੁਣ ਕੇ ਮਾਤਾ ਬੜੀ ਖੁਸ਼ ਹੋਈ ਹੈ, ਬੜੀ ਪ੍ਰਸੰਨ ਹੋਈ ਵੀ ਅੱਜ ਉਹ ਸੁਲੱਖਣੀ ਘੜੀ ਆ ਗਈ ਹੈ, ਅੱਜ ਉਹ ਚੰਗਾ ਸਮਾਂ ਆ ਗਿਆ ਹੈ। ਭਾਗ ਹੋਆ ਗੁਰ ਸੰਤ ਮਿਲਾਇਆ। ਅੱਜ ਵੱਡਿਆਂ ਭਾਗਾਂ ਵਾਲਾ ਦਿਨ ਹੈ। ਸੋ ਜੋ ਗੁਰੂ ਪਾਤਸ਼ਾਹ ਦਾ ਦਰਸ਼ਨ ਪ੍ਰਾਪਤ ਹੋਇਆ। ਸੋ ਪਾਤਸ਼ਾਹ ਮਹਾਰਾਜ ਬਚਨ ਬਖਸ਼ਿਸ਼ ਕਰਦੇ। ਕਹਿਣ ਲੱਗੇ ਪਰਖੀ ਸਭ ਬਾਤ। ਹੁਣ ਬਜ਼ੁਰਗ ਮਾਤਾ ਹੈ, ਉਹਨੇ ਜ਼ਿੰਦਗੀ ਵੇਖੀ ਹੰਢਾਈ ਹੈ, ਗੱਲਾਂ ਤੋਂ ਪੂਰੀ ਉਹਨੇ ਪਰਖ ਕਰ ਲਈ ਹੈ ਵੀ ਇਹ ਸੱਚ ਬਚਨ ਹੀ ਹੈ। ਇਸ ਤਰ੍ਹਾਂ ਉਸ ਵੇਲੇ ਸੁਣ ਕੇ ਸੂਖਮ ਬਸਤਰ ਥਾਨ ਦਵੈਲੇ ਕਰ। ਤੇ ਗੁਰਮੁਖੋ ਸੋਹਣਾ ਬਸਤਰ ਬਣਾ ਕੇ ਨਾ 2 ਥਾਨ ਇਸ ਨੇ ਤਿਆਰ ਕੀਤੇ ਸਨ। ਚਰਖਾ ਕੱਤਦਿਆਂ ਵਿਹਲੀ ਬਜ਼ੁਰਗ ਮਾਤਾ ਲੱਗੀ ਰਹੀ, ਹੌਲੀ ਹੌਲੀ ਚਰਖਾ ਕੱਤ ਕੇ ਬਸਤਰ ਬਣਾਉਂਦੀ ਰਹੀ। 2 ਥਾਨ ਇਸ ਨੇ ਬੜੇ ਸੋਹਣੇ ਤਿਆਰ ਕਰਕੇ ਰੱਖੇ ਹੋਏ ਹਨ। ਚੱਲ ਆਈ ਬ੍ਰਿਧਾ ਉਤਲਾਤ। ਤੇ ਇਹ ਜਿਹੜੀ ਬੀਬੀ ਹੈ ਉਤਲਾਤ, ਕਹਿਣ ਲੱਗੇ ਛੇਤੀ ਨਾਲ ਦੋਨੇ ਬਸਤਰ ਇਸ ਨੇ ਆਪਣੇ ਹੱਥ ਵਿੱਚ ਲੱਗੇ। ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਕਰਦਿਆਂ ਹੋਇਆਂ, ਨਾਮ ਜਪਦਿਆਂ ਹੋਇਆਂ ਬੀਬੀ ਚੱਲ ਪਈ ਆਪਣੇ ਘਰ ਤੋਂ ਬੜੀ ਛੇਤੀ ਦੇ ਨਾਲ। ਅੱਜ ਖੁੰਡੀ ਦੀ ਡੰਡੇ ਦੀ ਵੀ ਲੋੜ ਨਹੀਂ ਹੈ, ਬਿਨਾਂ ਹੀ ਆਸਰੇ ਤੋਂ ਬੜੇ ਕਾਲੇ ਕਾਲੇ ਪੈਰ ਪੱਟਦੀ ਪਈ ਹੈ।
ਸਤਿਗੁਰਾਂ ਦਾ ਦਿਦਾਰਾ ਕਰਨ ਵਾਸਤੇ ਚੱਲ ਪਈ ਹੈ। ਧਰ ਅਕੋਰ ਕਰ ਜ਼ੋਰ ਨਮੋ ਕਰ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਉਸ ਵੇਲੇ ਧਰ ਕੇ ਭੇਟਾ ਅੱਗੇ ਥੋਣੇ ਵਸਤਰਾਂ ਦੀ ਦੋਨੇ ਹੱਥ ਜੋੜ ਕੇ ਬੜੀ ਭਾਵਨਾ ਦੇ ਨਾਲ, ਬੜੇ ਪ੍ਰੇਮ ਦੇ ਨਾਲ ਇਸ ਬਜ਼ੁਰਗ ਮਾਤਾ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਹੇਰ ਹੇਰ ਕਰ ਸੁੰਦਰ ਗਾਤ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਸੁੰਦਰ ਸਰੂਪ ਵੇਖ ਕੇ ਮਾਤਾ ਦਾ ਚਿਹਰਾ ਖਿੜ ਗਿਆ ਹੈ। ਨੂਰਾਨੀ ਚਿਹਰਾ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ। ਸਤਿਗੁਰਾਂ ਦੇ ਮੁਖ ਦਾ ਜਲਾਲ ਵੇਖ ਕੇ ਇਹ ਬੀਬੀ ਜਿਹੜੀ ਬਜ਼ੁਰਗ ਮਾਤਾ ਬੜੀ ਪ੍ਰਸੰਨ ਹੋਈ ਹੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ। ਸਾਹਮਣੇ ਸਤਿਗੁਰਾਂ ਦਾ ਤੇ ਦਿਦਾਰਾ ਹੀ ਇਹੋ ਜਿਹਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ ਸਤਿਗੁਰਾਂ ਦੇ ਦਿਦਾਰੇ ਦੇ ਨਾਲ। ਉਸ ਵੇਲੇ ਆਪਣੇ ਆਪ ਨੂੰ ਸਫਲਿਆਂ ਕਰਦੇ। ਇਹ ਗੁਰਮੁਖਾਂ ਨੇ ਪ੍ਰਣ ਕਰ ਲਿਆ ਹੈ। ਜਿਵੇਂ ਭਾਈ ਰਾਮ ਕੋਇਰ ਜੀ ਆਖਦੇ, ਮਹਾਰਾਜ ਸਾਹਿਬ ਜੀ ਤੁਹਾਡਾ ਦਿਦਾਰਾ ਕੀਤੇ ਬਿਨਾਂ ਅਸੀਂ ਜਲ ਪਾਣੀ ਨਹੀਂ ਛਕਦੇ ਹਾਂ। ਕੁਝ ਐਸੇ ਵੀ ਨੇ ਗੁਰਮੁਖੋ ਦੁਨੀਆ ਦੇ ਵਿੱਚ ਜਿਹੜੇ ਗੁਰੂ ਦਾ ਦਰਸ਼ਨ ਕਰਕੇ ਫਿਰ ਮੂੰਹ ਦੇ ਵਿੱਚ ਅੰਨ ਦਾ ਦਾਣਾ ਪਾਉਂਦੇ। ਤੇ ਭਾਈ ਰਾਮ ਕੋਇਰ ਜੀ ਨੇ ਵੀ ਇਹ ਬਚਨ ਆਖਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਭਾਈ ਰਾਮ ਕੋਇਰ ਜੀ ਜਦੋਂ ਤੁਸੀਂ ਸ਼ਸਤਰ ਸਜਾ ਕੇ ਤੇ ਬਾਹਰ ਸ਼ਿਕਾਰ ਨੂੰ ਨਿਕਲਿਆ ਕਰੋਗੇ, ਤੁਹਾਡੀ ਤਮੰਨਾ ਹੋਇਆ ਕਰੇਗੀ ਅਸੀਂ ਤੁਹਾਨੂੰ ਦਰਸ਼ਨ ਉਸੇ ਵੇਲੇ ਬਖਸ਼ਿਸ਼ ਕਰ ਦਿਆ ਕਰਾਂਗੇ। ਐਸੀ ਵੱਡੀ ਦਾਤ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੈ ਜਿਨ੍ਹਾਂ ਦੀ ਭਾਵਨਾ ਹੈ। ਇੱਕ ਵਾਰੀ ਮਾਤਾ ਗੁਜਰੀ ਜੀ ਨੇ ਆਖਿਆ ਨਾ, ਕਹਿਣ ਲੱਗੇ ਸਤਿਗੁਰੂ ਐਸੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਵਾਓ ਜਿਨ੍ਹਾਂ ਦੀ ਮਹਿਮਾ ਲਿਖੀ ਹੋਈ ਹੈ ਗੁਰਬਾਣੀ ਸੁਖਮਨੀ ਸਾਹਿਬ ਦੇ ਵਿੱਚ। ਤੇ ਸਤਿਗੁਰੂ ਕਹਿਣ ਲੱਗੇ ਠੀਕ ਮਾਤਾ ਜੀ, ਕੱਲ ਨੂੰ ਦਿਦਾਰਾ ਹੋ ਜਾਏਗਾ, ਆ ਪ੍ਰਸ਼ਾਦਾ ਪਾਣੀ ਤਿਆਰ ਕਰੋ। ਤੇ ਉਸ ਵੇਲੇ ਇਹ ਭਾਈ ਰਾਮ ਕੋਇਰ ਦੀ ਰਮਦਾਸ ਨਗਰ ਵਿੱਚ ਬੈਠੇ, ਅੰਮ੍ਰਿਤਸਰ ਤੋਂ ਅੱਗੇ ਨਗਰ, ਉੱਥੇ ਬੈਠੇ ਹੋਏ। ਹੁਣ ਸਤਿਗੁਰਾਂ ਨੇ ਬਚਨ ਕਰ ਦਿੱਤਾ, ਉਹਨਾਂ ਨੇ ਬਚਨ ਜਾਣ ਲਿਆ। ਉਸੇ ਵੇਲੇ ਸੰਗਤ ਨੂੰ ਕਹਿਣ ਲੱਗੇ, ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਯਾਦ ਕੀਤਾ, ਘੋੜੇ ਤੇ ਚੜ੍ਹ ਪਏ। ਤੇ ਘੋੜੇ ਤੇ ਚੜ੍ਹਦਿਆਂ ਅਜੇ ਥੋੜਾ ਹੀ ਸਫ਼ਰ ਕੀਤਾ ਤੇ ਦਿਨ ਦਾ ਕਾਫੀ ਚੜ੍ਹਾਅ ਹੋ ਗਿਆ। ਫਿਰ ਅਰਦਾਸ ਕੀਤੀ, ਮਹਾਰਾਜ ਆਪ ਜੀ ਨੇ ਸਮਾਂ ਲਿਆਂਦਾ ਹੈ, ਮੈਂ ਘੋੜੇ ਤੇ ਚੜ੍ਹ ਕੇ ਤੇ ਇੰਨੀ ਛੇਤੀ ਨਹੀਂ ਪਹੁੰਚਾਂਗਾ, ਉਹਨਾਂ ਤੇ ਅੰਤਰ ਧਿਆਨ ਹੋਣਾ ਪਵੇਗਾ। ਫਿਰ ਅੰਤਰ ਧਿਆਨ ਹੋ ਕੇ ਭਾਈ ਰਾਮ ਕੋਇਰ ਜੀ ਮਾਤਾ ਗੁਜਰੀ ਜੀਆਂ ਦੇ ਕੋਲ ਆ ਕੇ ਪਹੁੰਚੇ। ਮਾਤਾ ਗੁਜਰੀ ਜੀਆਂ ਨੇ ਆਪ ਪ੍ਰਸ਼ਾਦਾ ਬਣਾ ਕੇ ਤਿਆਰ ਕਰਕੇ ਭਾਈ ਰਾਮ ਕੋਇਰ ਜੀ ਨੂੰ ਛਕਾਇਆ। ਮਹਾਰਾਜ ਨੇ ਆਖਿਆ ਸੀ, ਜਿਸ ਬ੍ਰਹਮ ਗਿਆਨੀ ਦੀ ਵਡਿਆਈ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖੀ ਹੈ, ਇਹ ਉਸ ਅਵਸਥਾ ਦੇ ਮਾਲਕ ਨੇ ਭਾਈ ਰਾਮ ਕੋਇਰ ਜੀ। ਤੇ ਬਾਬਾ ਬੁੱਢਾ ਸਾਹਿਬ ਦੇ ਖਾਨਦਾਨ ਵਿੱਚੋਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦਾ ਤਿਲਕ ਲਾਉਣ ਵਾਲੇ ਆਪ ਨੇ। ਸੋ ਐਸੀ ਇਹ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ। ਰੋ ਵਿਚਾਰ ਇਹ ਹੈ, ਸਤਿਗੁਰੂ ਪਾਤਸ਼ਾਹ ਦਾ ਐਸਾ ਸੁੰਦਰ ਸਰੂਪ ਇਹ ਮਾਤਾ ਨੇ ਮਹਾਰਾਜ ਜੀ ਦੇ ਆ ਕੇ ਦਰਸ਼ਨ ਕੀਤੇ ਹਨ। ਅਦਿਕ ਮੁਦਤ ਮਨ ਪ੍ਰੇਮ ਉਦਤ ਹੋਏ। ਮਾਤਾ ਜੀ ਉਸ ਵੇਲੇ ਸਤਿਗੁਰਾਂ ਦਾ ਦਿਦਾਰਾ ਕਰਕੇ ਬਹੁਤ ਜ਼ਿਆਦਾ ਮੁੱਦਤ ਕਹੀਏ ਪ੍ਰਸੰਨ ਹੋ ਗਏ। ਗੁਰਮੁਖੋ ਗੁਰੂ ਦਾ ਦਿਦਾਰਾ ਦਰਸ਼ਨ ਹੀ ਇਹੋ ਜਿਹਾ, ਦੁਨੀਆ ਦੀਆਂ ਚਿੰਤਾਵਾਂ ਦੁੱਖ ਸਾਰੇ ਭੁੱਲ ਜਾਂਦੇ। ਐਸਾ ਦਰਸ਼ਨ ਹੈ। ਮੈਂ ਮੂਰਖ ਕੀ ਕੀਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਦੁਨੀਆ ਦੇ ਦੁੱਖ ਦੀ ਗੱਲ ਛੱਡੋ, ਜਿਨ੍ਹਾਂ ਨੇ ਭਾਵਨਾ ਦੇ ਨਾਲ ਦਰਸ਼ਨ ਕਰ ਲਿਆ, ਮਹਾਰਾਜ ਕਹਿਣ ਲੱਗੇ ਉਹ ਦੁਬਾਰਾ ਜਨਮ ਲੈਣ ਵਾਸਤੇ ਗਰਭ ਦੇ ਵਿੱਚ ਨਹੀਂ ਪੈਂਦਾ ਹੈ। ਐਸੀ ਦਰਸ਼ਨਾਂ ਦੀ ਵੱਡੀ ਦਾਤ ਹੈ, ਪਰ ਭਾਵਨਾ ਜਿਹਦੀ ਬਣ ਗਈ ਹੈ। ਰੋ ਵਿਚਾਰ ਇਹ ਹੈ, ਮਾਤਾ ਜੀ ਨੇ ਬੜੇ ਪ੍ਰਸੰਨ ਹੋ ਕੇ ਪ੍ਰੇਮ ਦੇ ਨਾਲ ਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ। ਧੰਨ ਭਾਗ ਮੈਂ ਪਿਕ ਸਕਿਆ। ਕਹਿਣ ਲੱਗੀ ਮਹਾਰਾਜ ਮੇਰੇ ਭਾਗ ਧੰਨ, ਮੈਂ ਧੰਨ ਭਾਗਾਂ ਵਾਲੀ ਹਾਂ ਜਿਨ੍ਹਾਂ ਨੇ ਤੁਹਾਡੇ ਪ੍ਰਤੱਖ ਦਰਸ਼ਨ ਕਰ ਲਏ। ਜਿਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਦਿਦਾਰਾ ਕਰਨ ਵਾਸਤੇ ਬੜੇ ਬੜੇ ਜੋਗੀ ਤਪੀਸਰ ਜਗੀਸਰ ਜਿਹੜੇ ਨੇ ਤਪ ਕਰਦੇ ਪਏ, ਕਈ ਸਾਲਾਂ ਤੋਂ ਸਮਾਧੀਆਂ ਵਿੱਚ ਬੈਠੇ, ਉਸ ਗੁਰੂ ਦੇ ਦਰਸ਼ਨ ਅੱਜ ਮੈਂ ਪ੍ਰਤੱਖ ਕਰ ਲਏ। ਮਹਾਰਾਜ ਮੈਂ ਬੜੇ ਵੱਡੇ ਭਾਗਾਂ ਵਾਲੀ ਹਾਂ। ਗੁਰ ਪ੍ਰਸੰਨ ਹੋਏ ਕਹਿਓ ਤਾਹੇ ਕੋ। ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਵੇਲੇ ਮਾਛੀਵਾੜੇ ਬੈਠੇ ਹੋਏ ਤੇ ਪ੍ਰਸੰਨ ਹੋ ਕੇ ਮਹਾਰਾਜ ਨੇ ਆਖਿਆ, ਕਹਿਣ ਲੱਗੇ ਮਾਤਾ ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ ਤੇ ਸਾਡਾ ਬਚਨ ਸੁਣਨਾ ਕਰ। ਭੇਟ ਅੰਤ ਕੀ ਹਮਨੇ ਲੀਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਤੇਰੀ ਭੇਟਾ ਅੰਤ ਵਾਲੀ ਹੈ, ਵੀ ਤੇਰਾ ਹੁਣ ਅੰਤ ਆ ਗਿਆ ਹੈ, ਵੀ ਤੇਰਾ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ ਹੈ। ਤੇਰੀ ਭੇਟਾ ਲੈਣ ਵਾਸਤੇ ਅਸੀਂ ਤੈਨੂੰ ਸੰਸਾਰ ਵਿੱਚ ਅਜੇ ਰੋਕਿਆ ਹੋਇਆ ਸੀ, ਕਿਉਂਕਿ ਤੇਰੇ ਨਾਲ ਬਚਨ ਕੀਤਾ ਸੀ ਵੀ ਜਦੋਂ ਅਸੀਂ ਕਦੇ ਆਵਾਂਗੇ ਤੇਰੇ ਕੋਲੋਂ ਭੇਟ ਲਵਾਂਗੇ। ਉਹ ਅਜੇ ਬਚਨ ਸਾਡਾ ਰਹਿੰਦਾ ਹੈ।
ਇਸ ਕਰਕੇ ਤੈਨੂੰ ਅਸੀਂ ਰੋਕਿਆ ਹੋਇਆ ਸੀ ਸੰਸਾਰ ਵਿੱਚ, ਪਰ ਇਹ ਮਾਤਾ ਤੇਰਾ ਹੁਣ ਸਮਾਂ ਆ ਗਿਆ ਹੈ, ਇਹ ਤੇਰੀ ਅੰਤਲੀ ਭੇਟਾ ਹੈ, ਇਹ ਅਖੀਰਲਾ ਸਮਾਂ ਹੈ। ਅੰਤ ਸਮਾਂ ਪੁਨਿਓ ਅਬ ਤੇਰੋ। ਤੇਰਾ ਹੁਣ ਅੰਤ ਸਮਾਂ ਆ ਗਿਆ ਹੈ, ਹੁਣ ਤੂੰ ਸਾਨੂੰ ਇਹ ਵਸਤਰ ਭੇਟ ਕਰਕੇ ਦਰਸ਼ਨ ਕਰ ਲੈ ਨੇ, ਹੁਣ ਤੇਰੀ ਜ਼ਿੰਦਗੀ ਦਾ ਸਮਾਂ ਸਮਾਪਤ ਹੋ ਗਿਆ ਹੈ, ਹੁਣ ਤੇਰਾ ਸਮਾਂ ਸੱਚਖੰਡ ਵਿੱਚ ਜਾਣ ਦਾ ਆ ਗਿਆ ਹੈ, ਤੇਰਾ ਸਮਾਂ ਪੂਰਾ ਹੋ ਗਿਆ ਹੈ। ਤਾਜ ਤਨ ਉਤਮ ਪਦ ਕੋ ਤੇ ਚੀਨ। ਸਤਿਗੁਰੂ ਪਾਤਸ਼ਾਹ ਕਹਿੰਦੇ ਹੁਣ ਸਰੀਰ ਛੱਡ ਦਿਓ ਮਾਤਾ ਜੀ, ਉੱਤਮ ਪਦਵੀ ਤੁਹਾਨੂੰ ਪ੍ਰਾਪਤ ਹੋ ਗਈ ਹੈ, ਜਿਹੜੀ ਪਦਵੀ ਬ੍ਰਹਮ ਗਿਆਨੀ ਮਹਾਂਪੁਰਖ ਨੂੰ ਪ੍ਰਾਪਤ ਹੁੰਦੀ ਹੈ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਵੈ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਇਹ ਗੁਰਮੁਖੋ ਗੁਰੂ ਘਰ ਦੇ ਬਚਨ ਅਕਥ ਨੇ, ਆਪਾਂ ਗੱਲਾਂ ਬਾਤਾਂ ਨਾਲ ਸੁਣ ਕੇ ਆਨੰਦ ਪ੍ਰਾਪਤ ਜ਼ਰੂਰ ਕਰ ਸਕਦੇ, ਪਰ ਜਾਣਾਂਗੇ ਉਦੋਂ ਜਦੋਂ ਉਸ ਅਵਸਥਾ ਤੇ ਪਹੁੰਚਾਂਗੇ। ਉਹਨਾਂ ਚਿਰ ਤੇ ਆਨੰਦ ਹੀ ਹੈ, ਪਰ ਜਦੋਂ ਉਸ ਅਵਸਥਾ ਤੇ ਪਹੁੰਚ ਗਏ ਫਿਰ ਪਤਾ ਲੱਗੇਗਾ। ਇਹ ਅਕਥ ਕਥਾਵਾਂ ਨੇ ਬ੍ਰਹਮ ਗਿਆਨੀ ਮਹਾਂਪੁਰਖ ਦੀ ਮਹਿਮਾ ਕਰਦਿਆਂ ਹੋਇਆਂ। ਸਤਿਗੁਰੂ ਕਹਿਣ ਲੱਗੇ ਮਾਤਾ ਜੀ ਉਹ ਉੱਤਮ ਪਦਵੀ ਜਿਹੜੀ ਹੈ ਉਹ ਤੁਸੀਂ ਪ੍ਰਾਪਤ ਕਰ ਲਈ ਹੈ। ਹੁਣ ਜਿਹੜੀ ਉਹ ਪਦਵੀ ਜਿਹਨੂੰ ਪ੍ਰਾਪਤ ਹੋ ਜਾਂਦੀ ਛੱਡਣ ਨੂੰ ਮਨ ਨਹੀਂ ਕਰਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਬੜੇ ਸਤਿਕਾਰਯੋਗ, ਇੱਕ ਵਾਰੀ ਕਹਿਣ ਲੱਗੇ ਆਪਣੇ ਪੁੱਤਰ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ, ਕਹਿੰਦੇ ਪੁੱਤਰ ਜੀ ਸਰਾਧ ਕਰਨ ਵਾਸਤੇ ਸਮੱਗਰੀ ਲਿਆਂਦੀ ਹੈ। ਮਹਾਰਾਜ ਕਹਿਣ ਲੱਗੇ ਪਿਤਾ ਜੀ ਇਹ ਸਰਾਧ ਕਾਹਦੇ ਵਾਸਤੇ ਕਰਨਾ? ਕਹਿਣ ਲੱਗਾ ਵੀ ਸ਼ਾਸਤਰਾਂ ਗ੍ਰੰਥਾਂ ਵਿੱਚ ਲਿਖਿਆ ਵੀ ਇਹ ਜਿਹੜਾ ਸਰਾਧ ਦਾ ਅੰਨ ਪਾਣੀ ਵੱਡੇ ਵਡੇਰਿਆਂ ਨੂੰ ਪਹੁੰਚਦਾ ਹੈ ਜਾ ਕੇ। ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪਿਤਾ ਜੀ ਜਿਹੜੇ ਸਾਡੇ ਬਜ਼ੁਰਗ ਨੇ, ਆਪਾਂ ਆਮ ਪਰਿਵਾਰਾਂ ਵਿੱਚੋਂ ਆ, ਸਰੀਰਾਂ ਦਾ ਸੰਸਕਾਰ ਤੇ ਅਸੀਂ ਆਪ ਆਪਣੇ ਹੱਥਾਂ ਨਾਲ ਹੀ ਕਰ ਦਿੱਤਾ ਹੈ। ਇਹ ਜਿਹੜਾ ਰਾਸ਼ਨ ਭੋਜਨ ਹੈ ਇਹ ਸਰੀਰ ਦੀ ਖੁਰਾਕ ਹੈ, ਆਤਮਾ ਦੀ ਖੁਰਾਕ ਨਹੀਂ ਹੈ। ਸਰੀਰ ਇੱਥੇ ਰਹਿ ਜਾਂਦਾ ਹੈ, ਇਕੱਲੀ ਆਤਮਾ ਅੱਗੇ ਜਾਂਦੀ ਹੈ, ਆਤਮਾ ਨੂੰ ਅੰਨ ਦੀ ਲੋੜ ਨਹੀਂ ਪੈਂਦੀ ਹੈ। ਭਾਵੇਂ ਕੋਈ ਸੰਸਾਰੀ ਵਿਅਕਤੀ ਹੈ, ਪਰ ਅੱਜ ਵੀ ਅਸੀਂ ਉਹਨਾਂ ਕਰਮਾਂ ਕਾਂਡਾਂ ਵਿੱਚ ਲੱਗੇ ਹੋਏ ਹਾਂ, ਸਰਾਧ ਦੀ ਪੂਜਾ ਕਰਦੇ ਮੰਨਦੇ ਪਏ। ਰੋਹ ਵਿਚਾਰ ਇਹ ਹੈ, ਸਤਿਗੁਰੂ ਕਹਿਣ ਲੱਗੇ ਪਿਤਾ ਜੀ ਵੀ ਤੁਹਾਡੇ ਬਜ਼ੁਰਗਾਂ ਨੂੰ ਇਹ ਲੋੜ ਨਹੀਂ ਹੈ। ਤੇ ਪਿਤਾ ਕਲਿਆਣ ਚੰਦ ਜੀ ਕਹਿਣ ਲੱਗੇ ਵੀ ਮਹਾਰਾਜ ਕਿਉਂ ਨਹੀਂ ਲੋੜ, ਸਾਰੇ ਲੋਕ ਹੀ ਕਰਦੇ ਨੇ, ਸਰਾਧ ਤੇ ਆਪਾਂ ਨੂੰ ਕਰਨਾ ਚਾਹੀਦਾ। ਪਾਤਸ਼ਾਹ ਕਹਿਣ ਲੱਗੇ ਪਿਤਾ ਜੀ ਤੁਹਾਡੇ ਵੱਡੇ ਵਡੇਰੇ ਉਸ ਜਗ੍ਹਾ ਤੇ ਪਹੁੰਚ ਗਏ ਨੇ ਜਿੱਥੇ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਹੈ। ਸੋ ਉਹ ਐਸੀ ਅਵਸਥਾ ਉਹਨਾਂ ਦੀ, ਐਸੀ ਉਹਨਾਂ ਨੂੰ ਪਦਵੀ ਪ੍ਰਾਪਤ ਹੋ ਗਈ ਹੈ। ਉਸ ਵੇਲੇ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ ਪੁੱਤਰ ਜੀ ਫਿਰ ਸਾਨੂੰ ਵਿਖਾਓ ਵੀ ਉਹ ਕਿੱਥੇ ਪਹੁੰਚੇ ਨੇ, ਸਾਡੇ ਵੱਡੇ ਵਡੇਰੇ ਅਸੀਂ ਵੀ ਵੇਖ ਲਈਏ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਫਿਰ ਨੇਤਰ ਬੰਦ ਕਰੋ, ਤੁਹਾਨੂੰ ਦਿਖਾ ਦਈਏ ਸੱਚਖੰਡ ਦਾ ਨਜ਼ਾਰਾ। ਜਦੋਂ ਬਾਬਾ ਕਲਿਆਣ ਚੰਦ ਜੀ ਨੇਤਰ ਬੰਦ ਕੀਤੇ, ਆਪਣੇ ਵੱਡੇ ਵਡੇਰੇ ਜਿੰਨੇ ਸਨ ਉਹ ਸਾਰੇ ਸੱਚਖੰਡ ਦੇ ਵਿੱਚ ਬੈਠੇ ਹੋਏ ਉਹਨਾਂ ਨੂੰ ਤੱਕਿਆ ਹੈ। ਪ੍ਰਕਾਸ਼ ਹੀ ਪ੍ਰਕਾਸ਼, ਆਨੰਦ ਹੀ ਆਨੰਦ ਹੈ, ਜਿੱਥੇ ਕੋਈ ਸੋਗ ਨਹੀਂ, ਕੋਈ ਗਮ ਨਹੀਂ, ਕੋਈ ਦੁੱਖ ਨਹੀਂ ਹੈ। ਜਦੋਂ ਇਹ ਆਨੰਦ ਵੇਖਿਆ ਹੁਣ ਵਾਪਸ ਆਉਣ ਨੂੰ ਜੀ ਨਹੀਂ ਕਰਦਾ, ਮਨ ਕਰਦਾ ਮੈਂ ਵੀ ਇੱਥੇ ਹੀ ਰਹਿ ਪਵਾਂ। ਸਤਿਗੁਰਾਂ ਨੇ ਉਸ ਵੇਲੇ ਬਚਨ ਕਰਕੇ ਵਾਪਸ ਲਿਆਂਦਾ। ਉਸ ਵੇਲੇ ਪਿਤਾ ਕਲਿਆਣ ਚੰਦ ਜੀ ਨੇ ਆਖਿਆ, ਕਹਿਣ ਲੱਗੇ ਪੁੱਤਰ ਜਿਸ ਆਨੰਦ ਵਿੱਚ ਆਪਣੇ ਵੱਡੇ ਵਡੇਰੇ ਪਹੁੰਚੇ ਨੇ ਮੈਂ ਵੀ ਉੱਥੇ ਪਹੁੰਚਣਾ ਚਾਹੁੰਦਾ ਹਾਂ। ਹੁਣ ਮੈਨੂੰ ਪਤਾ ਲੱਗ ਗਿਆ ਵੀ ਇਹ ਸੰਸਾਰੀ ਕਰਮਕਾਂਡ ਦੀ ਕੋਈ ਲੋੜ ਨਹੀਂ ਹੈ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ, ਕਹਿਣ ਲੱਗੇ ਪਿਤਾ ਜੀ ਅਜੇ ਤੁਹਾਡੀ ਥੋੜੀ ਉਮਰਾ ਬਾਕੀ ਹੈ, ਉਹ ਤੁਸੀਂ ਉਮਰਾ ਆਪਣੀ ਮੰਨ ਲਓ, ਤੁਸੀਂ ਆਪਣੇ ਆਪ ਹੀ ਉੱਥੇ ਪਹੁੰਚ ਜਾਣਾ ਹੈ। ਸੋ ਤੁਹਾਨੂੰ ਉਹ ਜਿਹੜਾ ਆਨੰਦ ਹੈ ਉਹ ਪ੍ਰਾਪਤ ਹੋਣਾ ਹੀ ਹੋਣਾ ਹੈ, ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਆਪ ਪਰਮੇਸ਼ਰ ਨੇ ਤੇ ਉਹ ਇਸ ਜਨਮ ਦੇ ਵਿੱਚ ਉਹ ਬਾਬਾ ਕਲਿਆਣ ਚੰਦ ਜੀਆਂ ਦੇ ਪੁੱਤਰ ਨੇ, ਇਸ ਕਰਕੇ ਰਿਸ਼ਤਾ ਬਣਿਆ ਹੈ ਤੇ ਉਹਨਾਂ ਨੂੰ ਇਹ ਦਾਤ ਮਿਲਣੀ ਹੀ ਮਿਲਣੀ ਹੈ। ਵਿਦਵਾਨਾਂ ਦਾ ਬਚਨ ਹੈ ਕਿ ਮਾਤਾ ਤ੍ਰਿਪਤਾ ਜੀ ਔਰ ਬਾਬਾ ਕਲਿਆਣ ਚੰਦ ਜੀਆਂ ਨੂੰ ਭਗਤੀ ਕਰਦਿਆਂ ਇੱਕ ਨਹੀਂ ਹਜ਼ਾਰਾਂ ਜਨਮ ਬਤੀਤ ਹੋ ਗਏ, ਕੇਵਲ ਇੱਕੋ ਹੀ ਭਾਵਨਾ ਹੈ ਕਿ ਪਰਮੇਸ਼ਰ ਸਾਡੇ ਘਰ ਵਿੱਚ ਪੁੱਤਰ ਬਣ ਕੇ ਆਵੇ। ਉਹ ਭਾਵਨਾ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪੂਰੀ ਕੀਤੀ ਹੈ ਅਤੇ ਫਿਰ ਸੱਚਖੰਡ ਦੀ ਪ੍ਰਾਪਤੀ ਵਾਲੇ ਬਣੇ। ਸੋ ਗੁਰਮੁਖੋ ਵਿਚਾਰ ਇਹ ਹੈ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਪਿਤਾ ਨੂੰ ਰੋਕ ਦਿੱਤਾ ਵੀ ਸਰਾਧ ਕਰਨ ਦੀ ਲੋੜ ਨਹੀਂ, ਇਹ ਲੋਕ ਕਰਮਕਾਂਡ ਕਰਦੇ ਨੇ, ਗੁਰੂ ਕਾ ਸਿੱਖ ਕਰਮਕਾਂਡ ਤੋਂ ਪਰੇ ਹੈ। ਸਰੀਰ ਇੱਥੇ ਹੀ ਰਹਿ ਜਾਂਦਾ ਹੈ, ਉਹਨੂੰ ਆਪਾਂ ਅਗਨ ਭੇਟ ਕਰ ਦਿੰਦੇ ਹਾਂ। ਇਹ ਭੋਜਨ ਅੰਨ ਜਿਹੜੀ ਖੁਰਾਕ ਹੈ ਇਹ ਸਰੀਰ ਦੀ ਹੈ, ਆਤਮਾ ਦੀ ਕੋਈ ਖੁਰਾਕ ਨਹੀਂ ਹੈ। ਆਤਮਾ ਦੀ ਖੁਰਾਕ ਤੇ ਕੇਵਲ ਨਾਮ ਹੈ, ਜਿੰਨਾ ਜਪਿਆ ਜਾਂਦਾ ਜਪ ਲਵੋ, ਇਹ ਆਤਮਾ ਦੀ ਖੁਰਾਕ ਹੈ। ਪਰ ਲੋਕ ਅਜੇ ਵੀ ਇਸ ਭਰਮ ਦੇ ਵਿੱਚ ਪਏ ਹੋਏ, ਆਪਣੀ ਆਪਣੀ ਮੱਤ ਹੈ, ਆਪ ਆਪਣੀ ਬੁੱਧ ਹੈ ਜੇਤੀ, ਜਿੰਨੀ ਕਿਸੇ ਦੀ ਮੱਤ ਸਮੱਤ ਹੈ ਉਹ ਵਰਤਦਾ ਹੈ। ਪਰ ਗੁਰੂ ਘਰ ਦੇ ਵਿੱਚ ਇਹ ਮਨਾਹੀ ਹੈ
ਇਹ ਸ਼ਰਾਧ ਵਗੈਰਾ ਮਨਾਉਣੇ। ਸੋ ਰੋ ਵਿਚਾਰ ਇਹ ਹੈ ਕਿ ਸਤਿਗੁਰੂ ਇੱਥੇ ਬਚਨ ਬਖਸ਼ਿਸ਼ ਕਰਦੇ ਪਏ। ਆਪਾਂ ਸਵੇਰ ਵੇਲੇ ਵੀ ਇੱਕ ਸਾਖੀ ਸਰਵਣ ਕੀਤੀ ਹੈ। ਇੱਕ ਸਿੱਖ ਦੇ ਘਰ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਚਰਨ ਪਾਏ ਨਾ, ਤੇ ਉਹ ਸ਼ਰਾਧ ਕਰਦਾ ਪਿਆ। ਮਹਾਰਾਜ ਨੇ ਪੁੱਛਿਆ ਕਾਹਦੇ ਵਾਸਤੇ? ਕਹਿੰਦਾ ਜੀ ਆਪਣੇ ਵੱਡ ਵਡੇਰਿਆਂ ਵਾਸਤੇ ਮੈਂ ਇਹ ਰਸਤਾਂ ਬਸਤਾਂ ਭੇਜਦਾ ਪਿਆ। ਸਤਿਗੁਰੂ ਕਹਿਣ ਲੱਗੇ ਤੇਰੇ ਵੱਡ ਵਡੇਰੇ ਕਿੱਥੇ ਨੇ? ਕਹਿੰਦਾ ਜੀ ਉਹ ਸਵਰਗਾਂ ਦੇ ਵਿੱਚ ਬੈਠੇ। ਆਪਾਂ ਆਮ ਹੀ ਇਹ ਬਚਨ ਕਰ ਦਿੰਦੇ ਫਲਾਣਾ ਸਵਰਗਵਾਸੀ ਹੋ ਗਿਆ ਹੈ। ਹੁਣ ਸਾਨੂੰ ਕੀ ਪਤਾ ਵੀ ਉਹ ਸਵਰਗਵਾਸੀ ਹੋ ਗਿਆ ਕਿ ਨਰਕਵਾਸੀ ਹੋ ਗਿਆ? ਆਪਾਂ ਵੇਖਿਆ ਥੋੜ੍ਹੀ ਜਾ ਕੇ। ਜੇ ਉਹਨੇ ਮਾੜੇ ਕੰਮ ਕੀਤੇ ਫਿਰ ਉਹ ਨਰਕਵਾਸੀ ਹੈ, ਜੇ ਚੰਗੇ ਕੀਤੇ ਫਿਰ ਸਵਰਗਵਾਸੀ ਹੈ। ਮਹਾਰਾਜ ਕਹਿਣ ਲੱਗੇ ਤੈਨੂੰ ਕਿਵੇਂ ਪਤਾ? ਕਹਿੰਦਾ ਜੀ ਫਿਰ ਮੈਂ ਹੋਰ ਕੀ ਦੱਸ ਸਕਦਾ, ਮੈਂ ਤੇ ਉਹੀ ਹੀ ਕਹਾਂਗਾ ਨਾ ਸਵਰਗਾਂ ਵਿੱਚ ਬੈਠੇ। ਮਹਾਰਾਜ ਕਹਿੰਦੇ ਨਹੀਂ, ਉਹ ਬਘਿਆੜ ਦੀ ਜੂਨ ਵਿੱਚ ਪੈ ਗਿਆ ਹੈ, ਸਵਰਗਾਂ ਵਿੱਚ ਨਹੀਂ ਬੈਠਾ ਹੈ। ਮਹਾਰਾਜ ਫਿਰ ਮੈਨੂੰ ਮਿਲਾ ਦਿਓ ਉਹਦੇ ਨਾਲ, ਮੈਨੂੰ ਪਤਾ ਲੱਗੇ ਵੀ ਬਘਿਆੜ ਦੀ ਜੂਨ ਵਿੱਚ ਕਿਉਂ ਪਿਆ ਹੈ। ਸਤਿਗੁਰਾਂ ਨੇ ਆਖਿਆ ਫਲਾਣੀ ਥਾਂ ਤੇ ਚਲਾ ਜਾ, ਝਾੜੀ ਦੇ ਵਿੱਚ ਬੈਠਾ ਹੋਇਆ। ਜਦੋਂ ਇਹ ਬੱਚਾ ਗਿਆ ਨਾ, ਵਾਕਿਆ ਹੀ ਝਾੜੀ ਵਿੱਚੋਂ ਬਘਿਆੜ ਨਿਕਲਿਆ। ਤੇ ਉਸ ਵੇਲੇ ਪੁੱਛਿਆ ਬੱਚੇ ਨੇ, ਕਹਿਣ ਲੱਗਾ ਪਿਤਾ ਜੀ ਵੀ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਤੁਸੀਂ ਪਿਛਲੇ ਜਨਮ ਵਿੱਚ ਮੇਰੇ ਪਿਤਾ ਹੋ, ਹੁਣ ਤੁਸੀਂ ਬਘਿਆੜ ਦੇ ਜਨਮ ਦੇ ਵਿੱਚ ਆਏ ਹੋ, ਜਨਮ ਕਿਵੇਂ ਮਿਲਿਆ? ਤੇ ਉਸ ਨੇ ਦੱਸਿਆ, ਕਹਿਣ ਲੱਗਾ ਵੀ ਪੁੱਤਰ ਜਦੋਂ ਮੈਂ ਸਰੀਰ ਛੱਡਣ ਲੱਗਾ ਸੀ ਨਾ, ਮੇਰੀ ਮੌਤ ਦਾ ਸਮਾਂ ਆ ਗਿਆ ਤੇ ਗੁਆਂਢੀਆਂ ਦੇ ਘਰੇ ਮਾਸ ਰਿੱਝਦਾ ਪਿਆ ਹੈ। ਉਹ ਮਾਸ ਦੀ ਸੁਗੰਧੀ ਮੈਨੂੰ ਆਈ, ਮੇਰਾ ਮਨ ਕੀਤਾ ਵੀ ਇਹ ਮਾਸ ਮੈਨੂੰ ਖਾ ਲੈਣਾ ਚਾਹੀਦਾ ਹੈ, ਪਰ ਇੰਨਾ ਸਮਾਂ ਨਹੀਂ ਮੈਨੂੰ ਮਿਲਿਆ ਵੀ ਮੈਂ ਮਾਸ ਖਾ ਸਕਦਾ। ਸੋਚਦਿਆਂ ਸੋਚਦਿਆਂ ਮੇਰੀ ਜਾਨ ਨਿਕਲ ਗਈ। ਪਰਮਾਤਮਾ ਨੇ ਮੈਨੂੰ ਜਨਮ ਹੀ ਉਹ ਦੇ ਦਿੱਤਾ ਵੀ ਜੇ ਤੇਰੀ ਮਾਸ ਖਾਣ ਦੀ ਤਮੰਨਾ ਹੈ ਤੇ ਫਿਰ ਜਨਮ ਹੀ ਤੈਨੂੰ ਮਾਸ ਖਾਣ ਵਾਲਾ ਦਈਏ। ਮਾਸ ਖਾਈ ਚੱਲ ਤੇ ਆਪਣੀ ਤਮੰਨਾ ਪੂਰੀ ਕਰ। ਸੋ ਇਸ ਤਰ੍ਹਾਂ ਦੀਆਂ ਸਾਖੀਆਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚ ਆਉਂਦੀਆਂ। ਮਹਾਰਾਜ ਨੇ ਇਹਨਾਂ ਗੱਲਾਂ ਤੋਂ ਮਨਾਹੀ ਕੀਤੀ ਹੈ। ਰੋਹ ਵਿਚਾਰ ਇਹ ਹੈ, ਉਸ ਵੇਲੇ ਬਚਨ ਆ ਗਿਆ। ਮਾਤਾ ਜੀ ਨੂੰ ਕਹਿਣ ਲੱਗੇ ਸਤਿਗੁਰੂ। ਸਤਿਗੁਰੂ ਕਹਿੰਦੇ ਮਾਤਾ ਤੇਰਾ ਅੰਤ ਸਮਾਂ ਆ ਗਿਆ ਹੈ, ਇਹ ਤੇਰੀ ਖੀਰਲੀ ਭੇਟਾ ਹੈ ਜਿਹੜਾ ਸਾਨੂੰ ਤੂੰ ਬਸਤਰ ਭੇਟ ਕਰਨ ਲੱਗੀ ਹੈ। ਕਰ ਦਰਸ਼ਨ ਕੋ ਗਮਨੀ ਸੋਪਨ। ਉਸ ਵੇਲੇ ਇਹ ਬਚਨ ਕਰਕੇ ਮਾਤਾ ਦਰਸ਼ਨ ਕਰਕੇ ਕਹਿਣ ਲੱਗੀ ਚਲੋ ਸਤਿਗੁਰੂ ਫਿਰ ਮੇਰੇ ਤੇ ਕਿਰਪਾ ਕਰੋ। ਆਪਣੇ ਘਰ ਵਿੱਚ ਗਈ ਹੈ, ਜਾ ਕੇ ਮਾਤਾ ਨੇ ਇਸ਼ਨਾਨ ਪਾਣ ਕੀਤਾ ਤੇ ਫਿਰ ਆਪਣਾ ਸਰੀਰ ਛੱਡ ਕੇ ਤੇ ਉਸ ਵੇਲੇ ਸੱਚਖੰਡ ਨੂੰ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਮਾਤਾ ਜੀ ਉੱਥੋਂ ਚਲੇ ਗਏ ਹਨ। ਵਾਕ ਗੁਲਾਬੇ ਸਨ ਗੁਰ ਕੀਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਭਾਈ ਗੁਲਾਬੇ ਨੂੰ ਆਖਿਆ, ਕਹਿਣ ਲੱਗੇ ਗੁਲਾਬਿਆ ਬਸਤਰ ਤੇ ਆ ਗਿਆ ਹੈ, ਇਸ ਬਸਤਰ ਨੂੰ ਹੁਣ ਸਾਡਾ ਬਚਨ ਮੰਨ ਕੇ ਇਸ ਤਰ੍ਹਾਂ ਕਰ। ਸੀਨ ਹਾਰ ਤੇ ਤੁਰਤ ਸੇਵਾ। ਮਹਾਰਾਜ ਕਹਿੰਦੇ ਇਹਨੂੰ ਰੰਗ ਸੋਹਣਾ ਕਰਵਾਉਣਾ ਕਰ। ਮਹਾਰਾਜ ਕਿਸ ਤਰ੍ਹਾਂ ਦਾ ਰੰਗ ਕਰਨਾ ਹੈ? ਪਾਤਸ਼ਾਹ ਕਹਿਣ ਲੱਗੇ ਇਹਨੂੰ ਨੀਲੇ ਰੰਗ ਦਾ ਇਹ ਬਸਤਰ ਬਣਾਉਣਾ ਹੈ। ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਨੀ ਅਮਲ ਕੀਆ। ਇਹ ਬਚਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਲਿਖੇ। ਔਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਬਚਨਾਂ ਦੇ ਉੱਪਰ ਹੀ ਆਖਿਆ ਸੀ ਨੀਲ ਬਸਤਰਲੇ ਕੱਪੜੇ ਫਾਰੇ ਤੁਰਕ ਪਠਾਨੀ ਅਮਲ ਗਿਆ। ਅੱਗੇ ਜਾ ਕੇ ਮਹਾਰਾਜ ਨੇ ਬਸਤਰ ਪਾੜ ਦਿੱਤਾ ਸੀ ਤੇ ਲੀਰਾਂ ਲੀਰਾਂ ਕਰਕੇ ਅੱਗ ਵਿੱਚ ਪਾ ਦਿੱਤੀਆਂ ਸਨ। ਪਾਤਸ਼ਾਹ ਕਹਿਣ ਲੱਗੇ ਰੰਗਣਹਾਰ ਜਿਹੜਾ ਨਾ ਲਲਾਰੀ ਹੈ, ਉਹਦੇ ਕੋਲ ਬਸਤਰ ਲੈ ਕੇ ਜਾਓ ਤੇ ਇਹ ਬਸਤਰ ਨੂੰ ਰੰਗ ਦਵਾ ਕੇ ਲਿਆ। ਜਦੋਂ ਭਾਈ ਗੁਲਾਬਾ ਜੀ ਗਏ, ਉਹ ਲਲਾਰੀ ਕਹਿਣ ਲੱਗਾ ਵੀ ਹੁਣ ਤੇ ਅਜੇ ਤੇ ਰੰਗ ਮੈਂ ਪਾਇਆ ਹੀ ਨਹੀਂ। ਮੱਟ ਦੇ ਵਿੱਚ ਪਹਿਲਾਂ ਪਾਣੀ ਪਾਵਾਂਗਾ, ਫਿਰ ਰੰਗ ਪਾਵਾਂਗਾ। ਉਹ ਰੰਗ ਨੂੰ ਚੱਲਦਿਆਂ ਕਈ ਦਿਨ ਲੱਗਣਗੇ, ਫਿਰ ਬਸਤਰ ਨੂੰ ਰੰਗ ਹੋਵੇਗਾ। ਮਹਾਰਾਜ ਹਫ਼ਤੇ ਦਾ ਸਮਾਂ ਲੱਗ ਜਾਣਾ ਹੈ। ਉਸ ਵੇਲੇ ਭਾਈ ਗੁਲਾਬਾ ਜੀ ਨੇ ਆ ਕੇ ਦੱਸਿਆ ਮਹਾਰਾਜ ਸਾਹਿਬ ਜੀ ਉਹ ਲਲਾਰੀ ਇਸ ਤਰ੍ਹਾਂ ਕਹਿੰਦਾ ਪਿਆ ਵੀ ਮੱਟ ਵਿੱਚ ਤੇ ਅਜੇ ਰੰਗ ਹੀ ਨਹੀਂ ਚੱਲਿਆ ਹੈ, ਰੰਗ ਪਾਇਆ ਹੀ ਨਹੀਂ। ਹਫ਼ਤੇ ਦਾ ਸਮਾਂ ਘੱਟੋ ਘੱਟ ਲੱਗਣ ਵਾਸਤੇ ਆਖਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਬਚਨ ਆਖਿਆ, ਕਹਿਣ ਲੱਗੇ ਲਲਾਰੀ ਨੂੰ ਜਾ ਕੇ ਇਹ ਗੱਲ ਕਹਿ ਦਿਓ ਵੀ ਮੱਟ ਦੇ ਵਿੱਚ ਜਲ ਪਾ ਕੇ ਨਾ, ਪਾਣੀ ਪਾ ਕੇ ਤੇ ਮਨ ਵਿੱਚ ਜਿਹੜਾ ਫੁਰਨਾ ਕਰੇਗਾ ਨਾ ਵੀ ਇਹ ਰੰਗ ਬਸਤਰ ਨੂੰ ਚੜੇ, ਉਹ ਫੁਰਨਾ ਕਰਕੇ ਕੱਪੜਾ ਵਿੱਚ ਪਾ ਦੇਵੇ। ਰੰਗ ਪਾਉਣ ਦੀ ਲੋੜ ਨਹੀਂ ਹੈ, ਆਪਣੇ ਆਪ ਹੀ ਉਸ ਬਸਤਰ ਨੂੰ ਰੰਗ ਚੜ ਜਾਇਆ ਕਰੇਗਾ। ਇਹ ਬਚਨ ਸੁਣ ਕੇ ਲਲਾਰੀ ਬੜਾ ਖੁਸ਼ ਹੋਇਆ ਵੀ ਮੇਰੇ ਤੇ ਰੰਗ ਦੇ ਪੈਸੇ ਬਚ ਗਏ। ਮਹਾਰਾਜ ਕਿਰਪਾ ਫਿਰ ਮੇਰੇ ਤੇ ਬਣੀ ਰਵੇ। ਪਾਤਸ਼ਾਹ ਕਹਿਣ ਲੱਗੇ ਫਿਰ ਬਚਨ ਇੱਕ ਤੇਰੇ ਨਾਲ ਹੋਰ ਕਰਦੇ ਆ, ਇਹ ਤੇਰੇ ਮੱਟ ਦੇ ਵਿੱਚ ਇਸ ਤਰ੍ਹਾਂ ਹੀ ਕੱਪੜਿਆਂ ਨੂੰ ਰੰਗ ਚੜ੍ਹਦਾ ਰਹੇਗਾ, ਰੰਗ ਪਾਉਣ ਦੀ ਲੋੜ ਨਹੀਂ ਪਵੇਗੀ। ਬਸਤਰ ਪਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਯਾਦ ਕਰਿਆ ਕਰੀ, ਔਰ ਜਿਹੜਾ ਫੁਰਨਾ ਕਰੇਗਾ ਨਾ ਵੀ ਇਹ ਰੰਗ ਚੜ੍ਹ ਜਾਵੇ, ਰੰਗ ਪਾਉਣ ਦੀ ਲੋੜ ਨਹੀਂ ਪਵੇਗੀ, ਉਹ ਰੰਗ ਉਸੇ ਤਰ੍ਹਾਂ ਹੀ ਕੱਪੜੇ ਨੂੰ ਚੜ੍ਹੇਗਾ। ਪਰ ਬਚਨ ਇਹ ਹੈ, ਇਹ ਬਚਨ ਕਿਸੇ ਨੂੰ ਦੱਸੇ ਨਾ, ਜਿੰਨਾ ਚਿਰ ਨਹੀਂ ਦੱਸੇਗਾ ਇਹ ਕਿਰਪਾ ਇਸ ਤਰ੍ਹਾਂ ਵਰਤਦੀ ਰਹੇਗੀ। ਪਰ ਜਦੋਂ ਤੂੰ ਇਹ ਬਚਨ ਕਿਸੇ ਕੋਲ ਸਾਂਝਾ ਕਰ ਦਿੱਤਾ, ਫਿਰ ਇਹ ਬਖਸ਼ਿਸ਼ ਵਾਲੇ ਬਚਨ ਅਸੀਂ ਵਾਪਸ ਲੈ ਲਵਾਂਗੇ। ਗੁਰਮੁਖੋ ਇਸੇ ਤਰ੍ਹਾਂ ਹੀ ਹੋਇਆ। ਬਸਤਰ ਰੰਗਦਾ ਹੈ ਤੇ ਦੇ ਦਿੰਦਾ ਹੈ।
ਆਮਦਨ ਵੱਧ ਗਈ ਹੈ, ਖਰਚਾ ਘਟ ਗਿਆ। ਪਾਣੀ ਦਾ ਖਰਚਾ ਕੋਈ ਨਹੀਂ, ਰੰਗ ਦਾ ਖਰਚਾ ਬਚ ਗਿਆ। ਥੋੜੇ ਸਮੇਂ ਬਾਅਦ ਘਰ ਦੇ ਵਿੱਚ ਜੋ ਚੰਗਾ ਧਨ ਪਦਾਰਥ ਆਇਆ ਤੇ ਘਰ ਵਾਲੀ ਨੇ ਪੁੱਛ ਲਿਆ, ਕਹਿਣ ਲੱਗੀ ਵੀ ਪਹਿਲਾਂ ਵੀ ਆਪਾਂ ਇਹ ਕੰਮ ਕਰਦੇ ਤੇ ਮਸਾਂ ਹੀ ਪ੍ਰਸ਼ਾਦਾ ਪਾਣੀ ਚੱਲਦਾ ਹੈ, ਹੁਣ ਆਪਣੇ ਘਰ ਵਿੱਚ ਚੰਗੀ ਮਾਇਆ ਆ ਗਈ ਹੈ। ਉਸ ਵੇਲੇ ਖੁਸ਼ੀ ਦੇ ਸਮੇਂ ਵਿੱਚ ਦਾਸੀ ਬੈਠਾ ਕਹਿਣ ਲੱਗਾ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਵਸਤਰ ਰੰਗਿਆ ਸੀ ਮੈਂ, ਤੇ ਮਹਾਰਾਜ ਨੇ ਮੈਨੂੰ ਬਚਨ ਦਿੱਤੇ ਸਨ ਵੀ ਇਹ ਬਿਨਾਂ ਰੰਗ ਪਾਉਣ ਤੋਂ ਕੱਪੜੇ ਨੂੰ ਰੰਗ ਚੜ੍ਹੇਗਾ। ਉਹ ਬਚਨ ਮਹਾਰਾਜ ਦੇ ਪੂਰੇ ਹੁੰਦੇ ਪਏ, ਮੇਰੇ ਮੱਟ ਦੇ ਵਿੱਚ ਰੰਗ ਪਾਉਣ ਦੀ ਮੈਨੂੰ ਲੋੜ ਨਹੀਂ ਪੈਂਦੀ ਹੈ। ਬਚਨ ਘਰ ਵਾਲੀ ਨਾਲ ਸਾਂਝਾ ਕੀਤਾ, ਔਰ ਬੀਬੀਆਂ ਕੋਲੋਂ ਬਚਨ ਸੰਭਾਲਣਾ ਬੜਾ ਔਖਾ ਹੋ ਜਾਂਦਾ। ਉਹ ਬੀਬੀ ਨੇ ਗਾ ਕਿਸੇ ਸਹੇਲੀ ਨੂੰ ਦੱਸਿਆ ਵੀ ਸਾਡੇ ਉੱਪਰ ਤੇ ਇਹ ਕਿਰਪਾ ਵਰਤਦੀ ਪਈ ਹੈ। ਇੱਕ ਨੂੰ ਦੱਸਿਆ, ਉਹਨੇ ਗਾ ਦੂਜੀ ਨੂੰ। ਉਹ ਜਿਵੇਂ ਜਿਵੇਂ ਬਚਨ ਅੱਗੇ ਸਾਂਝਾ ਹੋਇਆ ਉਵੇਂ ਉਵੇਂ ਫਿਰ ਉਹ ਮਹਾਰਾਜ ਨੇ ਜਿਹੜੇ ਬਖਸ਼ਿਸ਼ ਵਾਲੇ ਬਚਨ ਕੀਤੇ ਫਿਰ ਸਤਿਗੁਰਾਂ ਨੇ ਵਾਪਸ ਲੈ ਲਏ। ਅੱਜ ਵੀ ਆਪ ਸੰਗਤਾਂ ਮਾਛੀਵਾੜੇ ਜਾਂਦੇ ਹੋ ਦਰਸ਼ਨ ਕਰਨ ਵਾਸਤੇ, ਤੇ ਸਾਰੀਆਂ ਨਿਸ਼ਾਨੀਆਂ ਮਹਾਰਾਜ ਸਾਹਿਬ ਜੀ ਦੀਆਂ ਉੱਥੇ ਆਪਾਂ ਨੂੰ ਪ੍ਰਾਪਤ ਹੁੰਦੀਆਂ। ਸੋ ਇਹ ਇਤਿਹਾਸ ਆਪਾਂ ਅੱਗੇ ਜਾ ਕੇ ਫਿਰ ਸਰਵਣ ਕਰਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਭਾਈ ਗੁਲਾਬਿਆ ਜਾਓ, ਇਸ ਵਸਤਰ ਨੂੰ ਰੰਗ ਵੀ ਕਰਵਾਉਣਾ, ਔਰ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਉਸ ਤਰ੍ਹਾਂ ਦੇ ਵਸਤਰ ਸੀਣੇ ਵੀ ਹਨ। ਤੇ ਪਾਤਸ਼ਾਹ ਜੀ ਉਸ ਵੇਲੇ ਫਿਰ ਘਰ ਪਹਿਰਾਹਨ ਬਨੈ ਨਵੀਨ। ਸਤਿਗੁਰੂ ਕਹਿੰਦੇ ਸੋਹਣਾ ਵਸਤਰ ਬਣਾ ਕੇ ਲਿਆ, ਕਿਉਂਕਿ ਹੁਣ ਮਹਾਰਾਜ ਸਾਹਿਬ ਜੀ ਉੱਚ ਦੇ ਪੀਰ ਬਣ ਲੱਗੇ ਨੇ। ਉੱਚ ਦਾ ਪੀਰ ਬਣਨ ਵਾਸਤੇ ਮਹਾਰਾਜ ਜੀ ਸੋਹਣਾ ਵਸਤਰ ਤਿਆਰ ਕਰਵਾਉਂਦੇ ਪਏ ਹਨ। ਸੁਣ ਕਰ ਜਾਏ ਤਿਆਰ ਕਰਵਾਇਓ। ਸੁਣ ਕੇ ਮਹਾਰਾਜ ਸਾਹਿਬ ਜੀਆਂ ਦੇ ਬਚਨ ਉਸ ਵੇਲੇ ਵਸਤਰ ਇਸ ਨੇ ਜਿਵੇਂ ਜਿਵੇਂ ਦੱਸਿਆ ਸੀ ਨਾ ਵੀ ਚਾਦਰਾ ਕਿਸ ਤਰ੍ਹਾਂ ਦਾ ਬਣਾਉਣਾ ਹੈ, ਗਲ ਵਿੱਚ ਪਾਉਣ ਵਾਲਾ ਚੋਲਾ ਕਿਸ ਤਰ੍ਹਾਂ ਦਾ ਬਣਾਉਣਾ ਹੈ, ਉਸੇ ਮੁਤਾਬਕ ਉਹ ਵਸਤਰ ਤਿਆਰ ਹੁੰਦੇ ਪਏ। ਸੋ ਗੁਰਮੁਖੋ ਬਚਨ ਇਹ ਹੈ ਕਿ ਮਹਾਰਾਜ ਸਾਹਿਬ ਜੀ ਉੱਚ ਦੇ ਪੀਰ, ਅਸਲ ਦੇ ਵਿੱਚ ਮਹਾਰਾਜ ਸਾਹਿਬ ਜੀ ਪੀਰਾਂ ਦੇ ਪੀਰ ਨੇ। ਉੱਚ ਦਾ ਪੀਰ ਹੁੰਦਾ ਵੀ ਪੀਰਾਂ ਤੋਂ ਵੱਡਾ ਪੀਰ, ਔਰ ਇਹ ਜਿਹੜੇ ਉੱਚ ਦੇ ਪੀਰ ਸਨ ਇਹ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਸੇਵਕ ਸਨ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਮੱਕੇ ਦੇ ਵਿੱਚ ਮਹਾਰਾਜ ਗਏ ਸਨ, ਉੱਥੇ ਮਹਾਰਾਜ ਸਾਹਿਬ ਜੀਆਂ ਨੂੰ ਇੱਕ ਵਿਅਕਤੀ ਮਿਲਿਆ, ਹਿੰਦ ਵਿੱਚ ਮਿਲਿਆ ਵਿਅਕਤੀ, ਬੜਾ ਪ੍ਰੇਮੀ ਸੀ। ਉਸ ਵੇਲੇ ਮਹਾਰਾਜ ਸਾਹਿਬ ਜੀਆਂ ਦੇ ਕੋਲੋਂ ਹੁਕਮ ਮੰਗਦਾ, ਮਹਾਰਾਜ ਹੁਕਮ ਕਰੋ ਜ਼ਿੰਦਗੀ ਕਿਵੇਂ ਸਫਲੀ ਹੋਵੇ। ਪਾਤਸ਼ਾਹ ਨੇ ਆਖਿਆ ਸੀ ਇੱਕ ਨਸ਼ਾ ਨਹੀਂ ਕਰਨਾ ਹੈ, ਦੂਜਾ ਬਚਨ ਇਹ ਹੈ ਵੀ ਆਪਣੇ ਕੇਸ ਨਹੀਂ ਕਤਲ ਕਰਨੇ ਹਨ, ਤੀਜਾ ਬਚਨ ਇਹ ਹੈ ਵੀ ਹਰ ਵੇਲੇ ਬੰਦਗੀ ਕਰਨੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ ਉਸ ਵਿਅਕਤੀ ਨੇ ਮੰਨੇ, ਆਪਣੇ ਕੇਸ ਨਹੀਂ ਕਤਲ ਕਰਵਾਏ, ਨਸ਼ਾ ਜਿਹੜਾ ਛੱਡ ਦਿੱਤਾ ਤੇ ਹਰ ਵੇਲੇ ਉਹਨੇ ਬੰਦਗੀ ਕਰਦੇ ਰਹਿਣਾ। ਉਹਨਾਂ ਤੋਂ ਅੱਗੇ ਫਿਰ ਇੱਕ ਮੱਤ ਚੱਲਿਆ ਜਿਨ੍ਹਾਂ ਨੂੰ ਉੱਚ ਦੇ ਪੀਰ ਕਿਹਾ ਜਾਂਦਾ ਸੀ, ਅਤੇ ਉਹ ਜਿਹੜੇ ਉੱਚ ਦੇ ਪੀਰ ਸਨ ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਸੇਵਕ ਸਨ। ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਇਹਨਾਂ ਦਾ ਪੰਥ ਚੱਲਿਆ ਸੀ ਬਚਨਾਂ ਦੇ ਨਾਲ। ਤੇ ਸਮੇਂ ਸਮੇਂ ਤੇ ਜਿਹੜੇ ਪੀਰ ਸਨ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਾਂ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਉਹਨਾਂ ਦੇ ਦਰਸ਼ਨ ਦਿਦਾਰੇ ਇਹ ਕਰਦੇ ਰਹੇ ਆਪਣੀ ਜ਼ਿੰਦਗੀ ਦੇ ਵਿੱਚ ਆ ਕੇ। ਅੱਜ ਮਹਾਰਾਜ ਜੀ ਉੱਚ ਦੇ ਪੀਰ ਬਣ ਲੱਗੇ, ਕੋਈ ਝੂਠ ਨਹੀਂ ਹੈ, ਵਾਕਿਆ ਹੀ ਉੱਚ ਦੇ ਪੀਰ ਨੇ। ਉਹ ਪੀਰ ਗੁਰੂ ਨਾਨਕ ਦੇਵ ਦੇ ਘਰ ਤੋਂ ਹੀ ਚੱਲੇ ਸਨ ਤੇ ਗੁਰੂ ਨਾਨਕ ਦੇ ਘਰ ਨੂੰ ਹੀ ਆ ਕੇ ਮੱਥਾ ਟੇਕਦੇ ਸਨ। ਇਸ ਤਰ੍ਹਾਂ ਦੇ ਉਹ ਸੂਫੀ ਫਕੀਰ ਸਨ। ਪਾਤਸ਼ਾਹ ਜੀ ਉਹਨਾਂ ਸੂਫੀ ਫਕੀਰਾਂ ਦੇ ਹੁਣ ਪੀਰ ਬਣ ਲੱਗੇ, ਕਿਉਂਕਿ ਮਹਾਰਾਜ ਪੀਰਾਨ ਪੀਰ ਨੇ, ਵੱਡੇ ਨੇ, ਉਹਨਾਂ ਵਰਗਾ ਕੋਈ ਨਹੀਂ ਹੈ। ਸੋ ਐਸੇ ਨੇ ਮਹਾਰਾਜ ਸਾਹਿਬ ਜੀ, ਇਹਨਾਂ ਦੀ ਗੱਦੀ ਗੁਰਮੁਖੋ ਚੱਲਦੀ ਹੈ। ਇਹ ਕੇਸ ਰੱਖਦੇ ਨੇ ਅਤੇ ਇਸੇ ਤਰ੍ਹਾਂ ਹੀ ਵਿਚਰਦੇ ਨੇ ਅਤੇ ਬੜੀ ਭਾਵਨਾ ਰੱਖਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ ਇਹਨਾਂ ਦੀ ਗੱਦੀ ਇਸੇ ਤਰ੍ਹਾਂ ਚੱਲਦੀ ਰਹੀ, ਔਰ ਸਿੱਖ ਰਾਜ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਰਿਹਾ ਹੈ। ਇਹ ਵੀ ਬਚਨ ਆਪਾਂ ਅੱਗੇ ਜਾ ਕੇ ਸਰਵਣ ਕਰਾਂਗੇ। ਸੋ ਪਾਤਸ਼ਾਹ ਜੀ ਨੇ ਉਸ ਵੇਲੇ ਬੜਾ ਸੋਹਣਾ ਚਾਦਰਾ ਆਪਣੇ ਸਰੀਰ ਦੇ ਉੱਪਰ ਦੀ ਬੁਕਲ ਮਾਰਨ ਵਾਸਤੇ ਔਰ ਬੜਾ ਸੋਹਣਾ ਇੱਕ ਚੋਲਾ ਬਣਵਾਉਣ ਵਾਸਤੇ ਭਾਈ ਗੁਲਾਬੇ ਨੂੰ ਦਿੱਤਾ ਹੈ। ਸੁਣ ਕਰ ਜਾਏ ਤਿਆਰ ਕਰਵਾਇਓ। ਉਸ ਵੇਲੇ ਭਾਈ ਗੁਲਾਬਾ ਜੀ ਨੇ ਜਾ ਕੇ ਜਿਵੇਂ ਮਹਾਰਾਜ ਨੇ ਆਖਿਆ ਸੀ ਨਾ ਉਵੇਂ ਦੇ ਬਸਤਰ, ਉਵੇਂ ਦਾ ਚੋਲਾ, ਉਵੇਂ ਦੇ ਚਾਦਰੇ ਉੱਪਰ ਲੈਣ ਵਾਲੇ ਸਰੀਰ ਦੇ ਤਿਆਰ ਕਰਵਾਏ ਹਨ। ਇੱਕ ਚਾਦਰਾ ਅਰਗਰ ਚੀਰ। ਇੱਕ ਚਾਦਰਾ ਉੱਪਰ ਦੀ ਵੱਡਾ ਚਾਦਰਾ ਬੁਕਲ ਮਾਰਨ ਵਾਸਤੇ ਔਰ ਇੱਕ ਗਲ ਦਾ ਚੋਲਾ। ਇਹ ਜੋ ਮਾਤਾ ਨੇ ਬਸਤਰ ਭੇਟ ਕੀਤਾ ਨਾ ਮਾਛੀਵਾੜੇ, ਉਹਦੀ ਤਮੰਨਾ ਸੀ ਵੀ ਮਹਾਰਾਜ ਤੁਹਾਨੂੰ ਬਸਤਰ ਭੇਟ ਕਰਾਂ। ਉਹ ਬਸਤਰ ਭੇਟ ਕੀਤਾ ਹੈ ਤੇ ਇਸ ਤਰ੍ਹਾਂ ਦੇ ਸੋਹਣੇ ਬਸਤਰ ਮਹਾਰਾਜ ਨੇ ਬਣਵਾਏ ਹਨ। ਬਹੁਰ ਕਹਿਓ ਕਰ ਸ਼ਿਆਮ ਬਰਨ ਪਟ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਗੁਲਾਬਿਆ ਲੈ ਜਾ ਇਹਨਾਂ ਨੂੰ, ਬਸਤਰ ਤੇ ਤਿਆਰ ਹੋ ਗਏ ਨੇ, ਹੁਣ ਇਹਨਾਂ ਨੂੰ ਰੰਗ ਕਰਵਾ ਕੇ ਲਿਆਓ, ਲਲਾਰੀ ਦੇ ਕੋਲ ਲੈ ਕੇ ਜਾਓ। ਮਹਾਰਾਜ ਦਾ ਬਚਨ ਮੰਨ ਕੇ ਚੱਲਿਆ। ਲੈ ਕਰ ਆਵੋ ਹਮਰੇ ਤੀਰ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਲਿਆਓ ਫਿਰ ਸਾਡੇ ਕੋਲ ਇਹ ਬਸਤਰਾਂ ਨੂੰ ਰੰਗ ਕਰਾ ਕੇ, ਹੁਣ ਇਹ ਬਸਤਰ ਪਾਉਣ ਦਾ ਸਮਾਂ ਆ ਗਿਆ ਹੈ
ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਇਹਨਾਂ ਮੁਗਲਾਂ ਦੇ ਉੱਪਰ, ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਨੀ ਅਮੁੱਲ ਕੀਆ। ਉਹ ਬਚਨ ਹੁਣ ਅਸੀਂ ਵਾਪਸ ਲੈਣੇ ਹਨ, ਉਹ ਸਮਾਂ ਬਣ ਗਿਆ ਹੈ। ਇਹਨਾਂ ਦੇ ਬਸਤਰ ਵੀ ਹੁਣ ਪਾਟੇ ਜਾਣਗੇ ਔਰ ਇਹਨਾਂ ਦੇ ਕੋਲੋਂ ਰਾਜ ਭਾਗ ਵੀ ਅਸੀਂ ਵਾਪਸ ਲੈਣਾ ਹੈ। ਉਹ ਸਮਾਂ ਬਣਿਆ ਹੈ ਹੁਣ ਬਸਤਰ ਪਾਉਣ ਦਾ। ਇਸ ਤਰ੍ਹਾਂ ਮਹਾਰਾਜ ਆਗਿਆ ਕਰਦੇ ਹਨ। ਨਬੀ ਗਨੀ ਖਾਂ ਤਬ ਚੱਲਿਆ। ਇਹਨੇ ਚਿਰ ਨੂੰ ਗਨੀ ਖਾਨ, ਨਬੀ ਖਾਨ ਜਿਹੜੇ ਪਠਾਨ ਸਨ, ਜਿਨ੍ਹਾਂ ਨੇ ਪਲੰਘਾ ਚੁੱਕਣਾ ਮਹਾਰਾਜ ਜੀ ਦਾ, ਇਹ ਵੀ ਤੇ ਮਾਛੀਵਾੜੇ ਦੇ ਵਿੱਚ ਹੀ ਰਹਿ ਰਹੇ ਸਨ। ਪਹਿਲਾਂ ਦਰਸ਼ਨ ਕੀਤੇ ਆ ਕੇ ਸਤਿਗੁਰੂ ਕਹਿਣ ਲੱਗੇ ਸਾਨੂੰ ਤੁਹਾਡੇ ਨਾਲ ਕੰਮ ਹੈ। ਦੋਨਾਂ ਪਠਾਨ ਭਰਾਵਾਂ ਨੇ ਆਖਿਆ ਮਹਾਰਾਜ ਹੁਕਮ ਕਰੋ। ਕਹਿਣ ਲੱਗੇ ਕੰਮ 2-4 ਦਿਨ ਦਾ ਹੀ ਹੈ, ਤੁਸੀਂ ਰੁਕ ਜਾਓ ਮਾਛੀਵਾੜੇ ਦੇ ਵਿੱਚ, ਜਦੋਂ ਸਮਾਂ ਆਵੇਗਾ ਤੁਹਾਨੂੰ ਬੁਲਾ ਲਵਾਂਗੇ। ਜਦੋਂ ਸਮਾਂ ਆਇਆ ਹੁਣ ਉੱਚਦੇ ਪੀਰ ਬਣਨ ਦਾ, ਮਹਾਰਾਜ ਨੇ ਸੁਨੇਹਾ ਭੇਜਿਆ। ਇਹ ਗਨੀ ਖਾਨ, ਨਬੀ ਖਾਨ ਦੋਨੇ ਪਠਾਨ ਭਰਾ ਉਸ ਵੇਲੇ ਮਹਾਰਾਜ ਦੇ ਕੋਲ ਆ ਗਏ ਹਨ। ਨਿਕਸਨ ਭੇਵ ਕਹਿਓ ਗੁਰ ਧੀਰ। ਇਹਨਾਂ ਨੇ ਸਤਿਗੁਰਾਂ ਨੂੰ ਆ ਕੇ ਫਿਰ ਸਾਰਾ ਭੀਰ ਦੱਸਿਆ ਹੈ। ਮਹਾਰਾਜ ਇਸ ਤਰੀਕੇ ਦੇ ਨਾਲ ਨਿਕਲਿਆ ਜਾ ਸਕਦਾ ਹੈ। ਇਹ ਗਨੀ ਖਾਨ, ਨਬੀ ਖਾਨ ਜਿਹੜੇ ਪਠਾਨ ਨੇ, ਇਹ ਕਿਵੇਂ ਮਹਾਰਾਜ ਦੇ ਨਾਲ ਬਚਨ ਬਲਾਸ ਕਰਦੇ, ਭਾਈ ਦਇਆ ਸਿੰਘ, ਮਾਨ ਸਿੰਘ, ਧਰਮ ਸਿੰਘ ਕਿਵੇਂ ਸੇਵਾ ਕਰਦੇ, ਪਾਤਸ਼ਾਹ ਕਿਵੇਂ ਉੱਚਦਾ ਪੀਰ ਬਣ ਕੇ ਇਸ ਮਾਛੀਵਾੜੇ ਦੇ ਨਗਰ ਦੇ ਵਿੱਚੋਂ ਨਿਕਲਦੇ ਪਏ। ਇਹ ਇਤਿਹਾਸ ਪ੍ਰਸੰਗ ਕੱਲ ਨੂੰ ਆਪਾਂ ਫਿਰ ਅੱਗੇ ਸਰਵਨ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਤਹਿ ਨ ਛੂਟੀ ਹੈ, ਬਖਸ਼ਨ ਹਾਰ ਬਖਸ਼ ਲੈ। ਪਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਹਰ ਬੁੱਧਵਾਰ ਨੂੰ PGI ਵਿਖੇ ਲੰਗਰ ਗੁਰਦੁਆਰਾ ਸਾਹਿਬ ਤੋਂ ਬਣ ਕੇ ਜਾਂਦਾ ਹੈ। ਸੋ ਜਿਨ੍ਹਾਂ ਸੰਗਤਾਂ ਨੇ ਘਰ ਵਿੱਚੋਂ ਪ੍ਰਸ਼ਾਦਾ ਬਣਾ ਕੇ ਲਿਆਉਣਾ, 10 ਵਜੇ ਤੱਕ ਸੰਗਤਾਂ ਘਰ ਵਿੱਚੋਂ ਪ੍ਰਸ਼ਾਦਾ ਬਣਾ ਕੇ ਸਕਦੇ ਹੋ। ਅਤੇ ਜਿਹੜੀਆਂ ਮਾਈਆਂ